ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਗੁਰਮਤਿ ਦਾ ਉਪਦੇਸ਼ ਦੇ ਰਹੇ ਹਨ। ਭਾਈ ਕਲਿਆਣਾ ਜੀ ਜੋ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਮੰਡੀ ਰਿਆਸਤ ਵਿੱਚ ਪਹੁੰਚੇ, ਜਿੱਥੇ ਜਾ ਕੇ ਗੁਰੂ ਸਾਹਿਬ ਜੀ ਦੀ ਮੱਤ ਅੱਗੇ ਰੱਖ ਕੇ ਉੱਥੋਂ ਦੇ ਰਾਜੇ, ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜੀਵਨ ਜਾਚ ਸਿਖਾਈ, ਜਿਹਦੇ ਤੋਂ ਰਾਜਾ ਵੀ ਪ੍ਰਭਾਵਿਤ ਹੋਇਆ ਔਰ ਉੱਥੋਂ ਦੇ ਰਹਿਣ ਵਾਲੇ ਲੋਕ ਵੀ ਪ੍ਰਭਾਵਿਤ ਹੋਏ। ਧਿਆਨ ਰੱਖਣਾ, ਅਸੀਂ ਵੀ ਉਸੇ ਹੀ ਗੁਰੂ ਸਾਹਿਬ ਜੀ ਦੇ ਸਿੱਖ ਹਾਂ। ਆਪਣਾ ਜੀਵਨ ਐਸਾ ਬਣਾਈਏ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਕਿ ਲੋਕ ਸਾਡੇ ਵੱਲ ਵੇਖ ਕੇ ਪ੍ਰਭਾਵਿਤ ਹੋਣ, ਕਿ ਅਸੀਂ ਵੀ ਐਸਾ ਜੀਵਨ ਜਿਉਣਾ ਹੈ ਜੋ ਪੂਰਾ ਗੁਰੂ, ਪੂਰਾ ਸਤਿਗੁਰੂ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੇ ਨੇ, ਅਸੀਂ ਵੀ ਉਸੇ ਤਰ੍ਹਾਂ ਜੀਵਣਾ ਹੈ। ਐਸਾ ਨਾ ਹੋਵੇ ਕਿ ਸਾਡੇ ਵੱਲ ਵੇਖ ਕੇ ਤੇ ਲੋਕ ਇਹ ਆਖਣ ਵੀ ਜੇ ਗੁਰੂ ਦੇ ਸਿੱਖ ਇਦਾਂ ਦੇ ਨੇ ਤੇ ਫਿਰ ਸਾਨੂੰ ਇਸ ਤਰ੍ਹਾਂ ਦਾ ਜੀਵਨ ਨਹੀਂ ਚਾਹੀਦਾ। ਕਿਉਂਕਿ ਅੱਜ ਕਈਆਂ ਦੀ ਜ਼ੁਬਾਨ ਤੋਂ ਸੁਣੀਦਾ ਹੈ, ਕਈ ਇਹ ਕਹਿ ਦਿੰਦੇ ਆ ਵੀ ਜੇ ਖੰਡੇ ਦੀ ਪਹੁਲ ਲੈ ਕੇ 5 ਕਕਾਰਾਂ ਦੇ ਧਾਰਨੀ ਬਣ ਕੇ ਵੀ ਇਸ ਤਰ੍ਹਾਂ ਦੇ ਕਰਮ ਹੁੰਦੇ ਨੇ, ਸੁਣਦੇ ਨੇ, ਤੇ ਅਸੀਂ ਇਹਦੇ ਨਾਲੋਂ ਅਲੱਗ ਹੀ ਠੀਕ ਆ, ਸਾਨੂੰ ਖੰਡੇ ਦੀ ਪਹੁਲ ਦੀ ਲੋੜ ਨਹੀਂ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਅਸੀਂ ਖੰਡੇ ਦੀ ਪਹੁਲ ਲੈ ਕੇ ਉਸ ਮੁਤਾਬਕ ਜੀਵਨ ਨਹੀਂ ਜੀ ਸਕੇ ਜਿਸ ਤਰ੍ਹਾਂ ਸਾਨੂੰ ਸਤਿਗੁਰੂ ਨੇ ਜੀਵਨ ਵਾਸਤੇ ਆਖਿਆ ਹੈ। ਅਸੀਂ ਆਪਣਾ ਆਚਰਣ ਉੱਚਾ ਨਹੀਂ ਰੱਖ ਸਕੇ, ਕਰੈਕਟਰ ਉੱਚਾ ਨਹੀਂ ਰੱਖ ਸਕੇ, ਪਰ ਇਸ ਤਰ੍ਹਾਂ ਆਪਣੇ ਆਚਰਣ ਨੂੰ ਉੱਚਾ ਰੱਖੀਏ, ਆਪਣੀ ਸੋਚ ਉੱਚੀ ਰੱਖੀਏ, ਅਸੀਂ ਆਪਣੇ ਕਰੈਕਟਰ ਨੂੰ ਇੰਨਾ ਕੁ ਸਾਫ਼ ਰੱਖੀਏ ਕਿ ਲੋਕ ਪ੍ਰਭਾਵਿਤ ਹੋਣ। ਭਾਈ ਕਲਿਆਣਾ ਜੀ ਦੇ ਬੋਲ ਸੁਣ ਕੇ ਰਾਜਾ ਵੀ ਪ੍ਰਭਾਵਿਤ ਹੋਇਆ, ਉੱਥੋਂ ਦੀ ਪ੍ਰਜਾ ਵੀ, ਜਿਸ ਕਰਕੇ ਅੱਜ ਮੰਡੀ ਦਾ ਰਾਜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਇਆ ਹੈ। ਭਾਈ ਕਲਿਆਣਾ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਕਿਰਪਾ ਦੇ ਸਦਕਾ ਮੰਡੀ ਦਾ ਰਾਜਾ ਔਰ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਆਪ ਜੀ ਦੇ ਦਰਸ਼ਨਾਂ ਵਾਸਤੇ ਆਏ ਆ, ਤੇ ਕਿਰਪਾ ਕਰੋ। ਸਾਹਿਬ ਨੇ ਆਖਿਆ ਰਾਤਰੀ ਦਾ ਸਮਾਂ ਹੈ, ਉਹਨਾਂ ਨੂੰ ਲੰਗਰ ਪ੍ਰਸ਼ਾਦ ਛਕਾਓ, ਅੰਮ੍ਰਿਤ ਵੇਲੇ ਫਿਰ ਮੁਲਾਕਾਤ ਹੋਏਗੀ। ਸਮਾਂ ਬੀਤਿਆ ਹੈ। ਕਵੀ ਸੰਤੋਖ ਸਿੰਘ ਜੀ ਅਗਲੇਰੇ ਪ੍ਰਸੰਗ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਭਾਈ ਭੋਰ ਸ੍ਰੀ ਗੁਰੂ ਉਠੇ ਕਰ ਇਸ਼ਨਾਨ ਤੇ ਆਦ। ਭੋਰ ਅੰਮ੍ਰਿਤ ਵੇਲਾ ਹੋਇਆ, ਰਾਤ ਦਾ ਸਮਾਂ ਬਤੀਤ ਹੋਇਆ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਠੇ ਨੇ ਔਰ ਇਸ਼ਨਾਨ ਕਰਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੇ ਨੇ। ਕਿਉਂਕਿ ਸਤਿਗੁਰੂ ਜੀ ਉਪਦੇਸ਼ ਸਿੱਖਾਂ ਨੂੰ ਇਹ ਦਿੰਦੇ ਹਨ, ਇਹ ਨਹੀਂ ਕਿ ਕੇਵਲ ਉਪਦੇਸ਼ ਦਿੰਦੇ ਨੇ, ਉਹਨੂੰ ਆਪ ਵੀ ਸਤਿਗੁਰੂ ਕਮਾਉਂਦੇ ਨੇ। ਜੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਤੇ ਇਹ ਕਿਹਾ ਨਹੀਂ, ਆਪ ਵੀ ਉਸ ਰਾਹ ਉੱਤੇ ਤੁਰੇ ਨੇ। ਇਹ ਉਹ ਘਰ ਹੈ ਜਿੱਥੇ ਉਪਦੇਸ਼ ਕੇਵਲ ਦਿੱਤਾ ਨਹੀਂ ਜਾਂਦਾ, ਪਹਿਲੇ ਉਹਨੂੰ ਕਮਾਇਆ ਜਾਂਦਾ, ਫਿਰ ਉਪਦੇਸ਼ ਦਿੱਤਾ ਜਾਂਦਾ। ਤੇ ਜਿਹੜਾ ਆਪ ਨਹੀਂ ਕਮਾਉਂਦਾ, ਕੇਵਲ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ, ਮਹਾਰਾਜ ਕਹਿੰਦੇ ਇੱਥੇ ਕੇਵਲ ਉਪਦੇਸ਼ ਦੇਣ ਵਾਲਾ ਨਹੀਂ, ਇੱਥੇ ਤੇ ਕਮਾਉਣ ਵਾਲੇ ਨੇ ਕਰਨਾ ਹੈ। ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਪਰਮੇਸ਼ਵਰ ਨਾਮ ਰੰਗ ਵਿੱਚ ਰੰਗੇ ਹਨ। ਗੁਰਤਾ ਗਾਦੀ ਪਰ ਥਿਰੇ ਦਰਸੇ ਸਿੱਖ ਅਹਿਲਾਦ। ਔਰ ਆਪਣੇ ਆਸਨ ਤੇ ਆ ਕੇ ਬਿਰਾਜਮਾਨ ਹੋਏ ਨੇ। ਸਿੱਖ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਹੀਆਂ ਹਨ। ਚੌਪਈ ਗਮਣਿਓ ਨਰੇਪ ਟੇਕ ਤਬ ਕਲਿਆਣਾ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਬਤੀਤ ਹੋਇਆ, ਭਾਈ ਕਲਿਆਣਾ ਜੀ ਨੇ ਵੀ ਨਾਮ ਸਿਮਰਨ ਵਿੱਚ ਜੁੜਨਾ ਕੀਤਾ। ਜਦੋਂ ਦਿਨ ਚੜ੍ਹਿਆ ਤੇ ਭਾਈ ਕਲਿਆਣਾ ਜੀ ਮੰਡੀ ਦੇ ਰਾਜੇ ਕੋਲ, ਜਿੱਥੇ ਉਹ ਰਾਤ ਰੁਕਿਆ, ਇਸ ਰਾਜੇ ਦੇ ਕੋਲ ਆਏ ਹਨ। ਮਿਲਣ ਹੇਤ ਬਿਰਤੰਤ ਬਖਾਨਾ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਜੋ ਮੁਲਾਕਾਤ ਹੋਣੀ ਹੈ ਇਸ ਮੰਡੀ ਦੇ ਰਾਜੇ ਦੀ, ਉਹ ਸਤਿਗੁਰੂ ਮਹਾਰਾਜ ਜੀ ਦਾ ਜੋ ਹੁਕਮ ਸੀ ਇਸ ਮੰਡੀ ਦੇ ਰਾਜੇ ਨੂੰ ਆ ਕੇ ਸੁਣਾਇਆ ਹੈ। ਤਤਸ਼ਣ ਕੀ ਨਸ ਸਗਰੀ ਤਿਆਰੀ। ਉਸੇ ਵੇਲੇ ਭਾਈ ਕਲਿਆਣਾ ਜੀ ਨੇ ਕਿਹਾ ਹੁਣ ਸਮਾਂ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦਾ, ਤੇ ਤੁਸੀਂ ਚਲੋ, ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ। ਉਸੇ ਵੇਲੇ ਮੰਡੀ ਦਾ ਰਾਜਾ ਜਿਹੜਾ ਸੀ ਉਹਨੇ ਚੱਲਣ ਦੀ ਤਿਆਰੀ ਕੀਤੀ ਹੈ। ਲੇਕਰ ਸਾਥ ਉਪਾਇਨ ਸਾਰੀ। ਉਪਾਇਨ ਕਹਿੰਦੇ ਆ ਭੇਟਾਵਾਂ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੇ ਤਿਲ ਫੁੱਲ ਭੇਟਾਵਾਂ ਅਰਪਣ ਕਰਨੀਆਂ। ਕੁਝ ਭੇਟਾਵਾਂ ਜਿਹੜੀਆਂ ਨੇ ਇਹਨੇ ਨਾਲ ਲਈਆਂ ਹਨ। ਕੰਚਨ ਰਜਤ ਦੰਡ ਨਰਗ ਹੈ। ਔਰ ਜਿਹੜੇ ਇਹਦੇ ਨਾਲ ਆਏ ਨੇ, ਇਹਦੇ ਅਹਿਲਕਾਰ, ਇਸ ਰਾਜੇ ਦੇ ਜਿਹੜੇ ਅੱਗੋਂ ਵਜ਼ੀਰ ਨੇ, ਜਿਹੜੇ ਇਹਦੇ ਅੱਗੋਂ ਹੁਕਮ ਦੇ ਵਿੱਚ ਚੱਲਣ ਵਾਲੇ ਨੇ, ਉਹਨਾਂ ਨੇ ਕੰਚਨ ਕਹਿੰਦੇ ਆ ਸੋਨੇ ਨੂੰ, ਔਰ ਸੋਨੇ ਤੇ ਚਾਂਦੀ ਦੇ ਜਿਹੜੇ ਨੇ ਭੇਟਾਵਾਂ ਦੇ ਰੂਪ ਵਿੱਚ ਥਾਲ, ਜਿਵੇਂ ਰਾਜੇ ਮਹਾਰਾਜਿਆਂ ਦੇ ਚੱਲਦਾ, ਸੋਨਾ ਔਰ ਚਾਂਦੀ ਥਾਲ ਵਿੱਚ ਰੱਖ ਕੇ ਭੇਟਾਵਾਂ ਦੇ ਰੂਪ ਵਿੱਚ ਲੈ ਚੱਲੇ ਹਨ। ਮਹਿਪਾਲਕ ਕੇ ਅੱਗੇ ਰਹਿ। ਔਰ ਇਹ ਮਹਿਪਾਲਕ ਮੰਡੀ ਦਾ ਜਿਹੜਾ ਰਾਜਾ ਉਹਦੇ ਅੱਗੇ ਅੱਗੇ ਚੱਲ ਰਹੇ ਨੇ। ਹਾਲਾਂਕਿ ਸਤਿਗੁਰੂ ਜੀ ਨੇ ਸੋਨੇ ਚਾਂਦੀ ਨੂੰ ਵੇਖ ਕੇ ਪ੍ਰਸੰਨ ਨਹੀਂ ਹੋਣਾ, ਵੀ ਜੇ ਕਹੀਏ ਵੀ ਅਸੀਂ ਨਿਤਨੇਮ ਨਾ ਕਰੀਏ, ਅੰਮ੍ਰਿਤ ਵੇਲੇ ਨਾ ਉੱਠੀਏ, ਅਸੀਂ ਸੰਗਤ ਨਾ ਕਰੀਏ, ਅਸੀਂ ਸੇਵਾ ਨਾ ਕਰੀਏ, ਤੇ ਕੇਵਲ ਲਿਆ ਕੇ ਸੋਨਾ ਚਾਂਦੀ ਗੁਰੂ ਸਾਹਿਬ ਅੱਗੇ ਰੱਖ ਦਈਏ ਤੇ ਗੁਰੂ ਵੇਖ ਕੇ ਬੜੇ ਪ੍ਰਸੰਨ ਹੋਣ। ਇੱਥੇ ਤੇ ਬਖਸ਼ਿਸ਼ ਮਿਲਣੀ ਹੈ ਮਨ ਅੱਗੇ ਸਮਰਪਣ ਕਰਕੇ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਮਨ ਸਮਰਪਣ ਹੋ ਕੇ ਬਖਸ਼ਿਸ਼ ਮਿਲਣੀ ਹੈ। ਗੁਰੂ ਸਾਹਿਬ ਕਹਿੰਦੇ ਮੈਨੂੰ ਤੇਰਾ ਮਨ ਚਾਹੀਦਾ ਹੈ, ਕਿਉਂਕਿ ਖੇਡ ਜਿਹੜੀ ਆ ਉਹ ਮਨ ਦੇ ਰਾਹੀਂ ਬਣਨੀ ਹੈ, ਕੰਨ ਦੇ ਰਾਹੀਂ ਨਹੀਂ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੈ, ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਨ ਵਿੱਚ ਹੈ, ਮਨ ਅਰਪਣ ਕਰਨਾ ਪੈਣਾ ਗੁਰੂ ਸਾਹਿਬ ਨੂੰ, ਫਿਰ ਕਾਰਜ ਰਾਸ ਹੋਣਗੇ। ਹੁਣੇ ਚਲੋ ਰਾਜਾ ਹੈ, ਇਸ ਵਾਸਤੇ ਜਿਹੜੇ ਭੇਟਾਵਾਂ ਲੈ ਕੇ ਚੱਲਿਆ, ਜਿਨ੍ਹਾਂ ਦੇ ਹੱਥਾਂ 'ਚ ਨੇ ਉਹ ਅੱਗੇ ਅੱਗੇ ਨੇ। ਮਹਿਪਾਲਕ ਇਹ ਮੰਡੀ ਦਾ ਰਾਜਾ ਚੱਲਦਾ ਹੈ। ਸਚਿਵ ਸੁਭਾਟ ਕੋ ਲੈ ਸਮਦਾਏ। ਔਰ ਇਹਦੇ ਨਾਲ ਜਿਹੜੇ ਇਹਦੇ ਵਜ਼ੀਰ ਨੇ, ਅਹਿਲਕਾਰ ਨੇ, ਉਹ ਵੀ ਇਹਦੇ ਨਾਲ ਚੱਲਦੇ ਹਨ। ਬਸਨ ਬੇਭੂਖਣ ਜਿਨਹੁ ਸਹਾਏ। ਜਿਨ੍ਹਾਂ ਦੇ ਤਨ ਉੱਤੇ ਬੜੇ ਸੁੰਦਰ ਕੀਮਤੀ ਵਸਤਰ ਪਹਿਨੇ ਹੋਏ ਹਨ। ਪਾਇਨ ਤੇ ਜਲ ਕਰਮ ਹੀ ਪਾਲਾ। ਪਰ ਅੰਦਰ ਇਹ ਨਹੀਂ ਕਿ ਦਿਖਾਵਾ ਕਰਨ ਵਾਸਤੇ ਮੰਡੀ ਦਾ ਰਾਜਾ ਚੱਲਿਆ ਕਿ ਮੈਂ ਰਾਜਾ ਹਾਂ, ਮੰਡੀ ਦੀ ਰਿਆਸਤ ਦਾ ਮਾਲਕ ਹਾਂ, ਤੇ ਮੇਰੇ ਕੋਲ ਇੰਨੀਆਂ ਕੀਮਤੀਆਂ ਭੇਟਾਵਾਂ ਨਹੀਂ। ਜੇ ਇਹ ਇਸ ਮਾਣ ਵਿੱਚ ਚੱਲਦਾ ਤੇ ਫਿਰ ਕਵੀ ਜੀ ਨੇ ਇਹ ਨਹੀਂ ਸੀ ਕਹਿਣਾ ਪਾਇਨ ਤੇ ਚੱਲ ਕਰ। ਪਾਇਨ ਦਾ ਮਤਲਬ ਪੈਰ, ਨੰਗੇ ਪੈਰੀ, ਪੈਰ ਵਿੱਚ ਜੋੜਾ ਜੁੱਤੀ ਵੀ ਨਹੀਂ ਪਾਈ ਇਹਨੇ।
ਜੁੱਤੀ ਵੀ ਨਹੀਂ ਪਾਈ ਤੇ ਪੈਰੇ ਨੰਗੇ ਗੁਰੂ ਸਾਹਿਬ ਜੀ ਵੱਲ ਨੂੰ ਤੁਰਿਆ ਆਉਂਦਾ ਹੈ। ਗਮਣਿਓ ਸ਼ਰਧਾ ਧਰੇ ਵਿਸਾਲਾ। ਮਨ ਵਿੱਚ ਸ਼ਰਧਾ ਹੈ। ਭਾਈ ਕਲਿਆਣਾ ਜੀ ਦਾ ਜੀਵਨ ਵੇਖ ਕੇ, ਉਹਨਾਂ ਦੇ ਜਿਹੜੇ ਗੁਰਮਤਿ ਦੇ ਬੋਲ ਸੀ ਉਹ ਸੁਣ ਕੇ ਮਨ ਬੜਾ ਪ੍ਰਭਾਵਿਤ ਹੋਇਆ, ਇਸ ਲਈ ਮਨ ਵਿੱਚ ਸ਼ਰਧਾ ਲੈ ਕੇ ਚੱਲਿਆ ਹੈ। ਪਹੁੰਚਿਓ ਸਤਿਗੁਰ ਕੇ ਟਿਕ ਜਾਏ। ਕਹਿੰਦੇ ਨੇ ਚਲਦੇ ਚਲਦੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਇਆ ਹੈ। ਪਗ ਪੰਕਜ ਪਰ ਸੀਸ ਨਿਵਾਏ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਨਵਾ ਨਮਸਕਾਰ ਕਰਦਾ ਹੈ ਹਾਥ ਜੋੜ ਬਹੁ ਬਿਨੈ ਬਖਾਨੀ। ਔਰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਸੁਣ ਕਰ ਮਹਿਮਾ ਮੈਂ ਗੁਣ ਖਾਨੀ। ਇਹ ਸਤਿਗੁਰੂ ਜੀ, ਮੈਂ ਤੁਹਾਡੀ ਮਹਿਮਾ ਸੁਣ ਕੇ ਆਇਆ, ਮੈਂ ਤੁਹਾਡੀ ਉਪਮਾ ਸੁਣ ਕੇ ਆਇਆ, ਗੁਣ ਖਾਨੀ। ਮੈਨੂੰ ਇਹ ਪਤਾ ਲੱਗਾ ਵੀ ਤੁਸੀਂ ਸ਼ੁਭ ਗੁਣਾਂ ਦੇ ਖਜ਼ਾਨੇ ਹੋ, ਔਰ ਇੰਨੇ ਸ਼ੁਭ ਗੁਣਾਂ ਦੇ ਖਜ਼ਾਨੇ ਹੋ ਕਿ ਜਿਹਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਤੁਹਾਡੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੈਂ ਤੁਹਾਡੀ ਮਹਿਮਾ ਨੂੰ ਸੁਣ ਕੇ ਆਇਆ ਹਾਂ। ਰਾਵਰ ਸ਼ਰਨ ਭਰਿਓ ਅਬ ਆਈ। ਰਾਵਰ ਦਾ ਅਰਥ ਹੁੰਦਾ ਆਪ ਜੀ। ਮੈਂ ਆਪ ਜੀ ਦੀ ਸ਼ਰਨ ਵਿੱਚ ਆਪ ਜੀ ਦੀ ਉਸਤਤ ਸੁਣ ਕੇ, ਵਡਿਆਈ ਸੁਣ ਕੇ, ਉਪਮਾ ਸੁਣ ਕੇ ਆਇਆ। ਉਹਦੇ ਵੀ ਧਿਆਨ ਰੱਖਿਓ, ਨਿਰਾਸ਼ ਨਹੀਂ ਹੋਵੋਗੇ। ਜੇ ਕੋਈ ਉਪਮਾ ਬਾਹਰੋਂ, ਕੋਈ ਉਪਮਾ ਵਡਿਆਈ ਸੁਣ ਕੇ ਆਇਆ ਵੀ ਗੁਰੂ ਦੀ ਬੜੀ ਉਪਮਾ ਹੋ ਰਹੀ ਹੈ, ਬੜੀ ਵਡਿਆਈ ਹੋ ਰਹੀ ਹੈ, ਚਲੋ ਆਪਾਂ ਵੀ ਚੱਲ ਕੇ ਵੇਖੀਏ, ਤੇ ਨਿਰਾਸ਼ ਨਹੀਂ ਹੋਵੋਗੇ। ਜਿਸ ਤਰ੍ਹਾਂ ਸੁਣੋਗੇ ਵੈਸਾ ਹੀ ਪਾਓਗੇ। ਕਈ ਵਾਰ ਹੁੰਦਾ ਅਸੀਂ ਕਿਸੇ ਦੀ ਵਡਿਆਈ ਬੜੀ ਸੁਣ ਲੈਂਦੇ ਹਾਂ, ਪਰ ਜਦੋਂ ਉਹਦੇ ਨਾਲ ਮੁਲਾਕਾਤ ਹੋਵੇ ਫਿਰ ਮਨ ਕਹਿੰਦਾ ਵੀ ਸੁਣਿਆ ਕੁਝ ਹੋਰ ਸੀ, ਨਿਕਲਿਆ ਕੁਝ ਹੋਰ। ਇੱਥੇ ਨਿਰਾਸ਼ ਨਹੀਂ ਹੋਵੋਗੇ। ਇੱਥੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ। ਜਿੱਦਾਂ ਸੁਣਿਆ ਉਹਦੇ ਨਾਲੋਂ ਵੱਧ ਕੇ ਬਖਸ਼ਿਸ਼ਾਂ ਨਾਲ ਭਰਪੂਰ ਤੁਹਾਨੂੰ ਦੀਦਾਰ ਹੋਣਗੇ, ਜੋ ਸੁਣਿਆ ਉਹਦੇ ਨਾਲੋਂ ਘੱਟ ਨਹੀਂ ਹੋਣਗੇ। ਕਬੀਰ ਸਾਹਿਬ ਨੇ ਇਸੇ ਲਈ ਤੇ ਕਿਹਾ ਸੀ ਵੀ ਮੈਂ ਹੋ ਸਕਦਾ ਉਹਦੀ ਉਪਮਾ ਘੱਟ ਕਰਾਂ, ਹੋ ਸਕਦਾ ਮੇਰੇ ਕੋਲੋਂ ਇੰਨੀ ਉਪਮਾ ਨਾ ਹੋ ਸਕੇ, ਇਹਦੇ ਨਾਲੋਂ ਚੰਗਾ ਵੀ ਤੁਸੀਂ ਆਪ ਜੁੜ ਕੇ ਵੇਖ ਲਓ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਹੋ ਸਕਦਾ ਵੀ ਮੇਰੇ ਕਹਿਣ ਨਾਲ ਉਨੀ ਸ਼ੋਭਾ ਨਾ ਹੋ ਸਕੇ, ਤੁਸੀਂ ਖੁਦ ਵੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ। ਇਸ ਲਈ ਗੁਰਬਾਣੀ ਆਪ ਪੜ੍ਹੋ। ਅਸੀਂ ਸੁਣ ਰਹੇ ਹਾਂ, ਪਰ ਜਦੋਂ ਆਪ ਬਾਣੀ ਪੜਾਂਗੇ ਉਸ ਦਿਨ ਪਤਾ ਲੱਗਣਾ ਵੀ ਬਾਣੀ ਵਿੱਚ ਕੀ ਹੈ। ਜਦੋਂ ਅਸੀਂ ਆਪ ਪੜ੍ਹਨ ਦੀ ਜਾਚ ਸਿੱਖ ਲਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤੁਹਾਡੀ ਉਪਮਾ ਸੁਣ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਜਿਮ ਕਹਿ ਬੈਠ ਗਇਓ ਸਮੁਹਾਈ। ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਬੈਠ ਜਾਓ। ਉਸੇ ਵੇਲੇ ਮੰਡੀ ਦਾ ਰਾਜਾ ਸਤਿਗੁਰੂ ਜੀ ਦੇ ਕੋਲ ਬੈਠ ਗਿਆ। ਤਿਸ ਛਣ ਮੈਂ ਸ਼੍ਰੀ ਅਰਜਨ ਨਾਥ। ਉਸੇ ਵਕਤ, ਹੁਣ ਮਹਾਰਾਜ ਬੋਲੇ ਕਿਉਂ ਨਹੀਂ? ਸਤਿਗੁਰੂ ਨੇ ਇਸ਼ਾਰਾ ਕਿਉਂ ਕੀਤਾ ਬੈਠਣ ਵਾਸਤੇ? ਕਿਉਂਕਿ ਕਵੀ ਜੀ ਕਹਿ ਰਹੇ ਆ ਕਿ ਉਸ ਵੇਲੇ ਪੋਥੀ ਪੜ੍ਹਦੇ ਹੋਤੇ ਗਏ ਹਾਥ। ਉਸ ਵੇਲੇ ਗੁਰੂ ਅਰਜਨ ਦੇਵ ਜੀ ਪੋਥੀ ਸਾਹਿਬ ਲੈ ਕੇ ਗੁਰਬਾਣੀ ਦਾ ਪਾਠ ਕਰ ਰਹੇ ਸੀ। ਪੋਥੀ ਸਾਹਿਬ ਸੀ ਸਾਹਮਣੇ, ਪਾਠ ਕਰ ਰਹੇ ਸੀ। ਅਸੀਂ ਤੇ ਜੇ ਸਾਨੂੰ ਕੋਈ ਬੁਲਾਵੇ ਅਸੀਂ ਤੇ ਗੁਟਕਾ ਸਾਹਿਬ ਬੰਦ ਕਰਕੇ ਪਹਿਲਾਂ ਗੱਲਾਂ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿੰਦੇ ਪਾਠ ਕੀ ਹੈ, ਥੋੜਾ ਰੋਕ ਕੇ ਕਰ ਲਾਂਗੇ। ਪਾਠ ਦਾ ਕੀ ਹੈ ਬਾਅਦ ਚ ਕਰ ਲਾਂਗੇ, ਪਹਿਲਾਂ ਗੱਲਾਂ ਜ਼ਰੂਰੀ ਨੇ। ਗੁਰੂ ਸਾਹਿਬ ਬੋਲੇ ਨਹੀਂ, ਇਸ਼ਾਰਾ ਕੀਤਾ ਵੀ ਬੈਠ ਜਾ। ਪੋਥੀ ਸਾਹਿਬ ਪ੍ਰਕਾਸ਼ਮਾਨ ਸੀ, ਗੁਰੂ ਸਾਹਿਬ ਜੀ ਉਹਦੇ ਵਿੱਚੋਂ ਪਾਠ ਕਰ ਰਹੇ ਸਨ। ਓੰਕਾਰ ਕੀ ਤੁਕ ਮੁਖ ਇਹੀ। ਕਹਿੰਦੇ ਨੇ ਉਸ ਵੇਲੇ ਗੁਰਬਾਣੀ ਵਿੱਚੋਂ ਜਿਹੜੀ ਇਹ ਬਾਣੀ ਦਾ ਪਾਠ ਮਹਾਰਾਜ ਜੀ ਕਰਦੇ ਨੇ, ਉਸੇ ਛਿਨ ਜਦੋਂ ਮੰਡੀ ਦਾ ਰਾਜਾ ਹੁੰਦਾ ਨਾ, ਉਸੇ ਵੇਲੇ ਪੰਕਤੀ ਜਿਹੜੀ ਗੁਰਬਾਣੀ ਚੋਂ ਚੱਲ ਰਹੀ ਹੈ। ਲਿਖਿਆ ਮੇਟ ਨਾ ਸਕਿਆ ਕਹੀ। ਉਹਦੇ ਵਿੱਚ ਲਿਖਿਆ ਸੀ ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਸਾਹਿਬ ਨੇ ਉਸੇ ਵੇਲੇ ਪੰਕਤੀ ਪੜ੍ਹੀ, ਲੇਖ ਨਾ ਮਿਟਾਈ ਹੈ ਸਕੀ ਜੋ ਲਿਖਿਆ ਕਰਤਾ। ਜੋ ਕਰਤਾਰ ਨੇ ਲਿਖ ਦਿੱਤਾ ਉਹਨੂੰ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਜੋਤਸ਼ੀ ਇੱਕ ਤੋਂ ਇੱਕ ਬੈਠੇ ਹੋਏ ਨੇ। ਇਹਦਾ ਮਤਲਬ ਉਹਦੇ ਲਿਖੇ ਹੋਏ ਲੇਖ ਨੂੰ ਮਿਟਾਉਣ ਦੀਆਂ ਗੱਲਾਂ ਕਰਦੇ ਆ। ਉਹ ਕਹਿੰਦੇ ਜੋ ਜਿੱਦਾਂ ਅਸੀਂ ਕਵਾਂਗੇ ਉਦਾਂ ਹੋਏਗਾ, ਜੋ ਅਸੀਂ ਕਰ ਦਿਆਂਗੇ ਉਦਾਂ ਹੋਏਗਾ। ਪਰ ਬਾਣੀ ਤਾਂ ਕਹਿੰਦੀ ਉਹਦਾ ਲਿਖਿਆ ਮਿਟਾ ਕੋਈ ਨਹੀਂ ਸਕਦਾ। ਸਾਡੇ ਹੱਥ ਦੀਆਂ ਰੇਖਾਵਾਂ ਦੇਖ ਕੇ ਸਾਡਾ ਲੇਖ ਬਦਲਿਆ ਜਾ ਰਿਹਾ ਹੈ। ਜਨਮ ਪੱਤਰੀਆਂ ਦੇ ਰਾਹੀਂ ਸਾਡਾ ਲੇਖ ਬਦਲਿਆ ਜਾ ਰਿਹਾ ਹੈ। ਪਰ ਲੇਖ ਤਾਂ ਉਹਦੇ ਹੱਥ ਹੈ ਜਿਹਨੇ ਸਾਡਾ ਜੀਵਨ ਬਣਾਇਆ ਹੈ। ਜਿਹਦੇ ਹੱਥ ਵਿੱਚ ਸਾਡੀ ਜ਼ਿੰਦਗੀ ਦੀ ਡੋਰ ਹੈ ਉਹਨੂੰ ਸਾਡੇ ਲੇਖ ਦਾ ਪਤਾ ਹੈ। ਜਿਹਨੇ ਬਣਾਇਆ ਹੀ ਨਹੀਂ ਉਹਨੂੰ ਕੀ ਪਤਾ ਹੋਏਗਾ। ਸਾਡੇ ਜੀਵਨ ਦੀ ਡੋਰ ਨਿਰੰਕਾਰ ਦੇ ਹੱਥ ਵਿੱਚ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਜੋ ਉਸ ਕਰਤੇ ਨੇ ਲਿਖਿਆ ਹੈ ਉਹਨੂੰ ਦੁਨੀਆ ਵਿੱਚ ਕੋਈ ਬਦਲ ਨਹੀਂ ਸਕਦਾ, ਮਿਟਾ ਨਹੀਂ ਸਕਦਾ। ਜਿਉ ਭਾਵੀ ਤਿਉ ਸਾਰ ਸਦੀਵਾ। ਜੋ ਉਹਨੂੰ ਪਾਉਂਦਾ ਹੈ ਉਹੀ ਕੁਝ ਹੋਣਾ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਸ ਲਈ ਜੋ ਉਹਨੇ ਲਿਖਿਆ ਉਹੀ ਕੁਝ ਹੋਵੇਗਾ। ਰੱਬ ਕੇ ਨਦਰ ਕਰੇ ਸੁਖ ਜੀਵਾ। ਕਹਿੰਦੇ ਨੇ ਉਹਦੀ ਨਜ਼ਰ ਹੋਏਗੀ ਤਾਂ ਸੁੱਖ ਜਿਹੜਾ ਮਿਲਦਾ ਹੈ। ਸੁਣ ਮੈਂ ਪਲ ਕਰੇ ਤੇ ਵਿਚਾਰੀ। ਉਸੇ ਵੇਲੇ ਇਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ। ਉਸੇ ਵੇਲੇ ਮਨ ਵਿੱਚ ਸਵਾਲ ਪੈਦਾ ਹੋ ਗਿਆ ਵੀ ਜੇ ਕਰਤਾ ਭਾਵ ਰੱਬ ਜਿਹਨੂੰ ਅਸੀਂ ਕਹਿੰਦੇ ਹਾਂ ਪਰਮਾਤਮਾ, ਜੇ ਰੱਬ ਦਾ ਲਿਖਿਆ ਕੋਈ ਮਿਟਾ ਹੀ ਨਹੀਂ ਸਕਦਾ, ਉਹ ਭੋਗਣਾ ਹੀ ਭੋਗਣਾ ਪੈਂਦਾ ਹੈ। ਤੇ ਫਿਰ ਇਹਦੇ ਮਨ ਦੇ ਵਿੱਚ ਉਸੇ ਵੇਲੇ ਇੱਕ ਸ਼ੰਕਾ ਪੈਦਾ ਹੋਈ ਹੈ। ਇਹੀ ਰੀਤ ਜੇ ਸੱਚ ਉਚਾਰੀ। ਕਿ ਜੇ ਗੁਰੂ ਅਰਜਨ ਦੇਵ ਜੀ ਜਿਹੜੀ ਇਹ ਪੰਕਤੀ ਉਚਾਰ ਕੇ, ਕਿਉਂਕਿ ਗੁਰੂ ਸਾਹਿਬ ਜੀ ਉਸ ਵੇਲੇ ਨਾਲ ਨਾਲ ਉਹਦੇ ਅਰਥ ਵੀ ਸਮਝਾ ਰਹੇ ਆ, ਪਾਠ ਕਰ ਰਹੇ ਆ ਪੋਥੀ ਸਾਹਿਬ ਚੋਂ, ਨਾਲ ਨਾਲ ਅਰਥ ਵੀ ਸੰਗਤਾਂ ਨੂੰ ਸਮਝਾ ਰਹੇ ਆ। ਤੇ ਜਦੋਂ ਇਹਦੇ ਅਰਥ ਕੀਤੇ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ, ਇਹਨੇ ਆਖਿਆ ਵੀ ਜੇ ਪ੍ਰਮਾਤਮਾ ਨੇ ਜੋ ਸਾਡੇ ਲੇਖ ਲਿਖੇ ਆ ਉਹ ਜੇ ਭੋਗਣਾ ਹੀ ਪੈਂਦਾ ਹੈ। ਤੇਰੇ ਸੰਗ ਮਿਲਣ ਨੇ ਫਲ ਪਾ ਐਸੇ। ਇਹ ਤਾਂ ਮੇਰਾ ਗੁਰੂ ਕੋਲ ਆਉਣਾ ਨਿਫਲ ਹੋ ਗਿਆ। ਅਸੀਂ ਵੀ ਇਹੀ ਸੋਚਾਂਗੇ ਵੀ ਜੇ ਸਾਡਾ ਲਿਖਿਆ ਲੇਖ ਨਹੀਂ ਬਦਲਣਾ, ਸਾਨੂੰ ਭੋਗਣਾ ਹੀ ਪੈਣਾ ਹੈ। ਫਿਰ ਆਪਾਂ ਗੁਰਦੁਆਰੇ ਕਿਉਂ ਆ ਰਹੇ ਹਾਂ? ਫਿਰ ਆਪਾਂ ਗੁਰਬਾਣੀ ਕਿਉਂ ਪੜ੍ਹ ਰਹੇ ਹਾਂ? ਫਿਰ ਆਪਾਂ ਸੰਗਤ ਕਿਉਂ ਕਰ ਰਹੇ ਹਾਂ? ਕਿਉਂਕਿ ਜੋ ਲਿਖਿਆ ਉਹ ਸਾਨੂੰ ਭੋਗਣਾ ਹੀ ਭੋਗਣਾ ਪੈਣਾ। ਸਾਡੇ ਮਨਾਂ 'ਚ ਵੀ ਇਹ ਸਵਾਲ ਪੈਦਾ ਹੋਏਗਾ। ਮੰਡੀ ਦੇ ਰਾਜੇ ਦੇ ਮਨ ਵਿੱਚ ਆਇਆ, ਫਿਰ ਮੇਰਾ ਤੇ ਗੁਰੂ ਕੋਲ ਆਉਣਾ ਨਿਫਲ ਹੋ ਗਿਆ, ਇੱਥੇ ਆਉਣ ਦਾ ਤੇ ਮੈਨੂੰ ਕੋਈ ਲਾਭ ਨਹੀਂ ਹੋਵੇਗਾ। ਲਿਖਿਆ ਮੇਟ ਨਾ ਸਕੀਏ ਕੈਸੇ। ਕਿਉਂਕਿ ਜੋ ਉਸ ਕਰਤੇ ਨੇ ਲਿਖਿਆ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਮਿਟਾਇਆ ਨਹੀਂ ਜਾ ਸਕਦਾ। ਜਿਸ ਪਰ ਨਹਿ ਉਪਾਏ ਕਿਮ ਹੋਏ। ਤੇ ਜਿੱਥੇ ਕੋਈ ਉਪਾਅ ਵੀ ਨਹੀਂ ਹੋ ਸਕਦਾ। ਤੇ ਅੱਜ ਦੁਨੀਆ ਵੇਖੋ, ਸਵੇਰੇ ਉਪਾਅ ਹੋਰ ਕਰ ਰਹੀ ਹੈ, ਦੁਪਹਿਰੇ ਹੋਰ ਕਰ ਰਹੀ ਹੈ, ਸ਼ਾਮੀ ਉਪਾਅ ਹੋਰ ਕਰ ਰਹੀ ਹੈ। 7 ਦਿਨ ਨੇ ਤੇ 70,000 ਉਪਾਅ ਦੱਸ ਦਿੱਤੇ ਜਾਂਦੇ ਆ। ਕਈ ਉਪਾਅ ਐਸੇ ਨੇ ਜਿਹੜੇ 10-10 ਮਿੰਟ ਬਾਅਦ ਕਰੋ, ਅੱਧੀ ਰਾਤ ਨੂੰ ਉੱਠ ਕੇ ਉਪਾਅ ਕਰੋ, ਸਵੇਰੇ ਉੱਠ ਕੇ ਉਪਾਅ ਕਰੋ। ਉੱਦਾਂ ਨਿਤਨੇਮ ਕਰਨਾ ਔਖਾ ਹੋ ਜਾਏਗਾ। ਜੇ ਉਪਾਅ ਕਿਸੇ ਨੇ ਦੱਸ ਦਿੱਤਾ ਉਹ ਅੱਧੀ ਰਾਤ ਨੂੰ ਉੱਠ ਕੇ ਚੱਲਣ ਨੂੰ ਤਿਆਰ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ, ਕਿਉਂਕਿ ਗੁਰਬਾਣੀ ਸਾਨੂੰ ਇਹੀ ਸਮਝਾ ਰਹੀ ਹੈ ਕਿ ਜੋ ਤੂੰ ਬੀਜੇਗਾ ਉਹੀ ਵੱਢੇਗਾ, ਜੋ ਤੂੰ ਕਰੇਗਾ ਉਹੀ ਕੁਝ ਭੋਗਣਾ ਪਏਗਾ ਤੈਨੂੰ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੋ ਬੀਜੇਗਾ ਉਹੀ ਤੈਨੂੰ ਭੋਗਣਾ ਪਏਗਾ। ਇਹ ਤਾਂ ਕੁਦਰਤੀ ਸੁਭਾਅ ਹੈ ਨਾ। ਤੁਸੀਂ ਜੋ ਬੀਜ ਪਾਓਗੇ ਫਲ ਤੇ ਉਹੀ ਲੱਗਣਾ ਹੈ। ਤੁਸੀਂ ਜਿਹੜਾ ਬੀਜ ਪਾਇਆ ਉਹੀ ਬੀਜ ਦਾ ਹੀ ਫਲ ਲੱਗਣਾ ਹੈ। ਇਹ ਨਹੀਂ ਕਿ ਤੁਸੀਂ ਅੰਬ ਦਾ ਬੂਟਾ ਲਾਇਆ ਤੇ ਉਹਨੂੰ ਕੁੜਤਣ ਵਾਲੀ ਨਿੰਮ ਲੱਗ ਗਈ। ਇਹ ਤਾਂ ਨਹੀਂ ਵੀ ਤੁਸੀਂ ਨਿੰਮ ਦਾ ਬੂਟਾ ਲਾਇਆ ਤੇ ਮਿੱਠਾ ਅੰਬ ਲੱਗ ਗਿਆ। ਐਸਾ ਤਾਂ ਨਹੀਂ ਹੁੰਦਾ। ਜੈਸਾ ਬੀਜ ਪਾਇਆ ਫਲ ਵੈਸਾ ਹੀ ਮਿਲਣਾ ਹੈ। ਇਹ ਜ਼ਮੀਨ ਕੁਦਰਤੀ ਤੌਰ ਤੇ ਸਾਨੂੰ ਉਹੀ ਫਲ ਦੇਵੇਗੀ ਜੋ ਅਸੀਂ ਜ਼ਮੀਨ ਵਿੱਚ ਬੀਜ ਬੋਵਾਂਗੇ। ਇਸ ਲਈ ਜੈਸਾ ਕਰਮ ਹੈ ਵੈਸਾ ਫਲ ਹੈ। ਹੁਣ ਇਹਨੇ ਮਨ ਵਿੱਚ ਸੋਚਿਆ
ਵੀ ਜੇ ਕਰਮ ਦਾ ਫਲ ਹੀ ਭੋਗਣਾ ਹੈ ਤੇ ਫਿਰ ਸਤਿਗੁਰੂ ਕੋਲ ਆਉਣ ਦਾ ਮੇਰਾ ਕੀ ਲਾਭ ਹੋਇਆ। ਜਿਸ ਹਿਤ ਉਦਮ ਕਰ ਹੈ ਕੋਈ, ਕਹਿੰਦੇ ਉਪਾਅ ਕੋਈ ਨਹੀਂ, ਕਿਉਂਕਿ ਉਹਦਾ ਲਿਖਿਆ ਮਿਟਾ ਕੋਈ ਨਹੀਂ ਸਕਦਾ। ਫਿਰ ਉਪਾਅ ਕੋਈ ਉਦਮ ਕਰਕੇ ਕੋਈ ਉਪਾਅ ਵੀ ਕਰੇ ਤਾਂ ਵੀ ਨਹੀਂ ਮਿਟੇਗਾ। ਹਾਥ ਜੋਰ ਗੁਰ ਕੇ ਸੰਗ ਕਹਿਓ। ਉਸੇ ਵੇਲੇ ਮਨ ਵਿੱਚ ਜਦੋਂ ਸਵਾਲ ਪੈਦਾ ਹੋਇਆ, ਮਨ 'ਚ ਸ਼ੰਕਾ ਪੈਦਾ ਹੋਈ, ਮਨ ਨੇ ਤਰਕ ਕੀਤਾ ਤੇ ਇਸ ਰਾਜੇ ਨੇ ਹੱਥ ਜੋੜ ਕੇ ਆਖਣਾ ਕੀਤਾ। ਆਸ਼ਾ ਸਕਲ ਆਪ ਕੋ ਲਹਿਓ। ਕਹਿਣ ਲੱਗੇ ਮੈਂ ਤੁਹਾਡਾ ਆਸ਼ਾ ਸਮਝ ਗਿਆ, ਭਾਵ ਜੋ ਤੁਸੀਂ ਸਮਝਾ ਰਹੇ ਹੋ ਨਾ ਗੁਰਬਾਣੀ ਰਾਹੀਂ ਮੈਂ ਉਹ ਸਮਝ ਗਿਆ ਹਾਂ। ਕਿਉਂ ਅਬ ਸਿੱਖ ਬਣੋ ਗੁਰ ਧਾਰੋ। ਤੇ ਫਿਰ ਜਿਹੜੀ ਤੁਹਾਡੀ ਗੱਲ ਮੈਂ ਸਮਝਿਆ ਉਸ ਮੁਤਾਬਕ ਮੈਂ ਤੁਹਾਡਾ ਸਿੱਖ ਕਿਉਂ ਬਣਾ, ਮੈਂ ਤੁਹਾਨੂੰ ਗੁਰੂ ਕਿਉਂ ਧਾਰਨ ਕਰਾਂ। ਕਿਉਂਕਿ ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਇਹਦੇ ਅਰਥ ਸਮਝਣ ਤੋਂ ਬਾਅਦ ਤੇ ਮੈਂ ਇਹੀ ਕਹਾਂਗਾ ਕਿ ਸਤਿਗੁਰੂ ਮੈਂ ਤੁਹਾਡਾ ਸਿੱਖ ਕਿਉਂ ਬਣਾ, ਮੈਂ ਤੁਹਾਨੂੰ ਆਪਣਾ ਗੁਰੂ ਕਿਉਂ ਧਾਰਨ ਕਰਾਂ। ਲਿਖਿਓ ਭਾਗ ਭੋਗੋ ਨਿਰਤਾਰੋ। ਕਿਉਂਕਿ ਜੋ ਭਾਗਾਂ ਵਿੱਚ ਲਿਖਿਆ ਉਹਨੂੰ ਭੋਗਣਾ ਹੀ ਭੋਗਣਾ ਹੈ। ਸਤਿਗੁਰ ਭਣਿਓ ਮਿਟੈ ਜੇ ਨਾਹੀ। ਸਤਿਗੁਰੂ ਮਹਾਰਾਜ ਤੁਸੀਂ ਭਣਿਓ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਜੋ ਲਿਖਿਆ ਹੈ ਉਹ ਭੋਗਣਾ ਪਏਗਾ, ਜੋ ਸਾਡੇ ਕਰਮ ਨੇ ਉਹ ਫਲ ਮਿਲੇਗਾ। ਤੁਸੀਂ ਆਪ ਇਹ ਗੱਲ ਆਖੀ ਹੈ। ਤਉ ਕਰਤ ਗੁਰ ਆਸ਼ੋ ਤਾਹੀ। ਫਿਰ ਕਹਿਣ ਲੱਗੇ ਜਿਹੜਾ ਤੁਹਾਡਾ ਮਨੋਰਥ ਹੈ ਸਮਝਾਉਣ ਦਾ ਉਹ ਮੈਨੂੰ ਸਮਝ ਆ ਗਿਆ ਤੇ ਮੈਂ ਤੁਹਾਨੂੰ ਗੁਰੂ ਕਿਉਂ ਬਣਾਵਾਂ। ਸੰਕਟ ਕਾਟੇ ਸੁਖ ਕੋ ਦੇ। ਕਹਿੰਦੇ ਗੁਰੂ ਤਾਂ ਧਾਰਨ ਕਰਨਾ ਨਾ ਵੀ ਉਹ ਸੰਕਟ ਕੱਟ ਦੇਵੇ, ਸਾਡੇ ਕਰਮ ਦਾ ਫਲ ਜਿਹੜਾ ਉਹਨੂੰ ਬਦਲ ਦੇਵੇ ਤੇ ਸਾਨੂੰ ਸੁੱਖ ਦੇ ਦੇਵੇ। ਆਪਣੋ ਜਾਨ ਬਚਾਏ ਸੋ ਲੇ। ਗੁਰੂ ਕੋਲ ਇਸ ਲਈ ਆਉਣਾ ਵੀ ਆਪਣੀ ਜਾਨ ਜਿਹੜੀ ਹੈ ਸੰਕਟ ਵਿੱਚੋਂ ਬਚਾਈ ਜਾ ਸਕੇ। ਲਿਖਿਓ ਪ੍ਰਭੂ ਕੋ ਸੋਪੀ ਰਹਿ। ਮਹਾਰਾਜ ਨੇ ਸਮਝਾਇਆ। ਫਿਰ ਕਹਿਣ ਲੱਗੇ ਰਾਜਨ ਤੂੰ ਅਧੂਰੀ ਗੱਲ ਸਮਝੀ ਹੈ, ਪੂਰੀ ਨਹੀਂ ਸਮਝੀ। ਹੁਣ ਪੂਰੀ ਗੱਲ ਸਮਝ ਲਏਗਾ ਤੇ ਗੁਰੂ ਧਾਰਨ ਕਰਨਾ ਹੀ ਪੈਣਾ ਹੈ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਨਹੀਂ ਆਏਗੀ। ਗੁਰੂ ਉਹ ਗਿਆਨ ਦਾ ਸੂਰਜ ਹੈ, ਜਿੱਥੇ ਬਾਹਰ ਦੇ ਸੂਰਜ ਦੀ ਰੋਸ਼ਨੀ ਖਤਮ ਹੁੰਦੀ ਹੈ ਉੱਥੇ ਗੁਰੂ ਦੇ ਗਿਆਨ ਦੀ ਰੋਸ਼ਨੀ ਸ਼ੁਰੂ ਹੁੰਦੀ ਹੈ। ਜਿੱਥੇ ਬਾਹਰ ਦਾ ਚਾਨਣ ਖਤਮ ਹੁੰਦਾ ਹੈ ਨਾ, ਅੱਗੇ ਹਨੇਰਾ ਹੀ ਹਨੇਰਾ ਹੈ। ਜਿੱਥੇ ਸੂਰਜ ਦਾ ਚਾਨਣ ਖਤਮ ਹੋ ਗਿਆ ਉਸ ਤੋਂ ਅੱਗੇ ਹਨੇਰਾ ਹੀ ਹਨੇਰਾ ਹੈ। ਹੁਣ ਜਿੱਥੇ ਆਪਾਂ ਬੈਠੇ ਹਾਂ ਇਸ ਥਾਂ ਤੇ ਹਨੇਰਾ ਹੋ ਗਿਆ, ਪਰ ਕਈ ਐਸੇ ਮੁਲਕ ਨੇ ਜਿਨ੍ਹਾਂ 'ਚ ਹੁਣ ਦਿਨ ਚੜ੍ਹਿਆ, ਜਿਨ੍ਹਾਂ ਦੇ ਹੁਣ ਦਿਨ ਦੀ ਸ਼ੁਰੂਆਤ ਹੋਈ ਉੱਥੇ ਉਜਾਲਾ ਹੋ ਗਿਆ, ਇੱਥੇ ਰਾਤ ਹੋ ਗਈ। ਇਹਦਾ ਮਤਲਬ ਇੱਥੇ ਸੂਰਜ ਦਾ ਚਾਨਣ ਮੁੱਕ ਗਿਆ ਤੇ ਹੁਣ ਦੂਜੇ ਪਾਸੇ ਹੋ ਰਿਹਾ। ਉਹ ਪੂਰੀ ਦੁਨੀਆ ਆਲ ਵਰਲਡ ਨੂੰ ਇੱਕ ਸੂਰਜ ਇੱਕੋ ਵਾਰੀ ਰੋਸ਼ਨੀ ਨਹੀਂ ਦੇ ਸਕਦਾ। ਇਹ ਤੇ ਸਾਨੂੰ ਮੰਨਣਾ ਪਏਗਾ ਨਾ। ਕਈ ਮੁਲਕਾਂ ਵਿੱਚ ਦਿਨ ਚੜ੍ਹ ਗਿਆ, ਕਈ ਮੁਲਕਾਂ 'ਚ ਰਾਤ ਹੋ ਗਈ ਹੈ। ਇਹਦਾ ਮਤਲਬ ਇੱਕੋ ਵਾਰੀ ਇੱਕ ਸੂਰਜ ਪੂਰੀ ਦੁਨੀਆ ਨੂੰ ਰੋਸ਼ਨੀ ਨਹੀਂ ਦੇ ਸਕਦਾ। ਇੱਕ ਥਾਂ ਤੇ ਹਨੇਰਾ ਹੋਏਗਾ, ਇੱਕ ਥਾਂ ਤੇ ਚਾਨਣ ਹੋਏਗਾ। ਤੇ ਜਿੱਥੇ ਸੂਰਜ ਦੀ ਰੋਸ਼ਨੀ ਮੁੱਕਦੀ ਹੈ ਉੱਥੇ ਗੁਰੂ ਦੇ ਗਿਆਨ ਦੀ ਰੋਸ਼ਨੀ ਸ਼ੁਰੂ ਹੁੰਦੀ ਹੈ। ਇਸ ਲਈ ਦਿਨ ਚੜ੍ਹਦਿਆਂ ਸਾਰ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਵਿੱਚ ਪੜਿਆ ਸੁਣਾਇਆ ਜਾਂਦਾ ਹੈ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000 ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੋ ਗਿਆ ਫਿਰ ਵੀ ਹਨੇਰੇ ਦਾ ਹਨੇਰਾ, ਕਿਉਂਕਿ ਉੱਥੇ ਗੁਰੂ ਦੀ ਜਿਹੜੀ ਸੂਰਜ ਦੀ ਗਿਆਨ ਦੀ ਰੋਸ਼ਨੀ ਹੈ ਉਹਨੇ ਉਸ ਹਨੇਰੇ ਨੂੰ ਦੂਰ ਕਰਨਾ ਹੈ। ਇੱਥੇ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੇ ਰਾਹੀਂ ਹੀ ਨਿਰੰਕਾਰ ਤੱਕ ਪਹੁੰਚ ਬਣਨੀ ਹੈ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਸਾਹਿਬ ਜੀ ਕਹਿੰਦੇ ਨੇ ਜੋ ਉਹਦਾ ਲਿਖਿਆ ਉਹ ਵੀ ਨਹੀਂ ਮਿਟੇਗਾ ਤੇ ਗੁਰੂ ਸਾਹਿਬ ਦੇ ਕੋਲ ਆਉਣ ਦੇ ਨਾਲ ਜੀਵਨ ਵੀ ਬਦਲਦਾ ਹੈ। ਇਹ ਦੋਵੇਂ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਣਗੀਆਂ। ਭੋਗਤ ਹੀ ਕਲਿਆਣ ਸੁਲ ਹੈ। ਜਿਹੜਾ ਕਰਮ ਕੀਤਾ ਹੈ ਉਹ ਭੋਗਣਾ ਪਏਗਾ, ਪਰ ਗੁਰੂ ਕੋਲ ਆਵਾਂਗੇ ਤੇ ਸਾਡਾ ਕਲਿਆਣ, ਸਾਡਾ ਭਲਾ ਹੋਵੇਗਾ। ਗੁਰ ਕਰੁਣਾ ਤੇ ਪ੍ਰਾਪਤ ਛੇਮ। ਗੁਰੂ ਕਿਰਪਾ ਦੇ ਨਾਲ ਹੀ ਮੁਕਤੀ ਮਿਲਦੀ ਹੈ, ਵਿਕਾਰਾਂ ਤੋਂ ਮੁਕਤੀ, ਕਰਮ ਤੋਂ ਛੁਟਕਾਰਾ ਮਿਲਦਾ ਹੈ। ਦੋਨੋਂ ਵਿਦ ਕੋ ਹੈ ਇਹੋ ਨੇਮ। ਦੋਨੋਂ ਵਿਦ, ਦੋਨੋਂ ਤਰੀਕੇ ਸਮਝਣੇ ਪੈਣੇ ਆ। ਉਹਦਾ ਲਿਖਿਆ ਮੇਟ ਨਹੀਂ ਸਕਦਾ ਕੋਈ, ਤੇ ਗੁਰੂ ਕੋਲ ਆਵਾਂਗੇ ਤੇ ਫਿਰ ਕਿਸ ਤਰ੍ਹਾਂ ਉਹ ਭੋਗ ਲਵਾਂਗੇ। ਇਹ ਦੋਵੇਂ ਤਰੀਕੇ ਜਿਹੜੇ ਨੇ ਇਹ ਸਮਝਣੇ ਪੈਣਗੇ। ਨਰਿੰਦ ਕੇ ਮਨ ਨਹਿ ਆਈ। ਕਹਿੰਦੇ ਉਸ ਰਾਜੇ ਦੇ ਮਨ ਨੂੰ ਹਜੇ ਵੀ ਸਮਝ ਨਹੀਂ ਲੱਗੀ, ਉਹਦੇ ਮਨ ਨੂੰ ਗੱਲ ਛੂਈ ਨਹੀਂ ਗੁਰੂ ਸਾਹਿਬ ਦੀ। ਉਹ ਕਹਿੰਦਾ ਮਹਾਰਾਜ ਮੈਨੂੰ ਨਹੀਂ ਇਹ ਤੁਹਾਡੀਆਂ ਗੱਲਾਂ ਪੱਲੇ ਪੈਂਦੀਆਂ, ਤੁਸੀਂ ਕੀ ਸਮਝਾ ਰਹੇ ਹੋ। ਨਰਿੰਦ ਕੇ ਮਨ ਨਹਿ ਆਈ। ਤੇ ਇਹ ਵੀ ਧਿਆਨ ਰੱਖਿਓ ਉਹ ਗੁਰੂ ਸਾਹਮਣੇ ਜਿਹੜੇ ਬੈਠੇ ਜਵਾਬ ਦੇ ਰਹੇ ਆ ਉਹ ਅਧੂਰੇ ਨਹੀਂ ਵੀ ਉਹਨੂੰ ਕਹਿਣ ਵੀ ਮੇਰੇ ਕੋਲੋਂ ਤੇਰਾ ਜਵਾਬ ਨਹੀਂ। ਅੱਜ ਵੀ ਤੁਸੀਂ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠੇ ਆ ਨਾ, ਕੋਈ ਵੀ ਤੁਹਾਡੇ ਮਨ ਦਾ ਸਵਾਲ ਹੋਵੇ ਤੇ ਹੋ ਹੀ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ 'ਚ ਉਹਦਾ ਜਵਾਬ ਨਾ ਹੋਵੇ। ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਉਹਦੇ ਲਈ ਸਾਨੂੰ ਆਪ ਬਾਣੀ ਪੜ੍ਹ ਕੇ ਸਮਝਣੀ ਪੈਣੀ ਆ। ਕਈ ਵਾਰ ਜ਼ਿਕਰ ਹੋਇਆ ਤੁਹਾਡੇ ਨਾਲ ਕਿ ਕਈ ਐਸੇ ਪ੍ਰਾਣੀ ਆਉਂਦੇ ਨੇ ਸੰਗਤ ਵਿੱਚ, ਕਹਿੰਦੇ ਅਸੀਂ ਘਰੋਂ ਚੱਲੇ ਸੀ ਸਵਾਲ ਲੈ ਕੇ ਵੀ ਅੱਜ ਗੁਰੂ ਸਾਹਿਬ ਕੋਲ ਜਾ ਕੇ ਜਵਾਬ ਲੈਣਾ ਹੈ, ਤੇ ਅਸੀਂ ਜਦੋਂ ਆਏ ਅੱਗੋਂ ਕੀਰਤਨ ਵਿੱਚ ਪੰਕਤੀਆਂ ਐਸੀਆਂ ਪੜ੍ਹ ਰਹੇ ਸਨ ਕਿ ਉਹਨਾਂ ਪੰਕਤੀਆਂ ਰਾਹੀਂ ਸਾਡੇ ਮਨ ਦਾ ਸਵਾਲ ਦਾ ਜਵਾਬ ਮਿਲ ਗਿਆ। ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਪਈ, ਸ਼ਬਦ ਹੀ ਅੱਗੋਂ ਇਦਾਂ ਦਾ ਚੱਲ ਰਿਹਾ ਸੀ ਕਿ ਸਾਨੂੰ ਜਵਾਬ ਉੱਥੇ ਹੀ ਮਿਲ ਗਿਆ। ਕਈ ਕਹਿੰਦੇ ਜੀ ਅਸੀਂ ਸਵਾਲ ਲੈ ਕੇ ਆਏ ਸੀ, ਜਦੋਂ ਹੁਕਮ ਪੜ੍ਹਿਆ ਨਾ ਬੋਰਡ ਉੱਤੇ ਤੇ ਸਾਨੂੰ ਉਹ ਹੁਕਮ ਜਿਹੜਾ ਪੜ੍ਹਿਆ ਉਹ ਪੜ੍ਹਦਿਆਂ ਸਾਰੀ ਸਵਾਲ ਦਾ ਜਵਾਬ ਮਿਲ ਗਿਆ। ਇਸ ਲਈ ਹਰ ਸਵਾਲ ਦਾ ਜਵਾਬ ਹੈ, ਕਿਉਂਕਿ ਇਹ ਅਧੂਰਾ ਨਹੀਂ ਪੂਰਾ ਹੈ। ਹਾਂ ਅਧੂਰੇ ਦੀ ਗੱਲ ਕੀਤੀ ਹੈ। ਕਹਿਣ ਲੱਗੇ ਮਾਏ ਮੁੰਡੋ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਜੇ ਉਹ ਜਿਹੜਾ ਗੁਰੂ ਸਾਡੇ ਅੰਦਰ ਦਾ ਭਰਮ ਹੀ ਦੂਰ ਨਹੀਂ ਕਰ ਸਕਦਾ, ਕਹਿਣ ਲੱਗੇ ਉਹਦੀ ਮੱਤ ਲੈਣ ਦਾ ਕੀ ਫਾਇਦਾ, ਉਹਦੀ ਮੱਤ ਦਾ ਸਿਰ ਮੁੰਡ ਦਿਓ। ਮਾਏ ਮੁੰਡੋ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੂਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ। ਕਬੀਰ ਸਾਹਿਬ ਜੀ ਦਾ ਇਹ ਸਲੋਕ ਹੈ। ਇਸ ਲਈ ਇਹ ਪੂਰੇ ਗੁਰੂ ਨੇ, ਸਤਿਗੁਰੂ ਮਹਾਰਾਜ ਨੇ ਅੱਗੋਂ ਇਹ ਨਹੀਂ ਆਖਿਆ ਵੀ ਮੇਰੇ ਕੋਲੋਂ ਤੇਰਾ ਜਵਾਬ ਨਹੀਂ ਹੈ ਜਾ ਕਿਤੇ ਹੋਰ ਚਲਾ ਜਾ, ਨਹੀਂ। ਇਹਨੇ ਆਖਿਆ ਮਹਾਰਾਜ ਤੁਸੀਂ ਜਵਾਬ ਦਿੱਤਾ ਕਿ ਦੋਨੋਂ ਵਿਦ, ਦੋਨੋਂ ਤਰੀਕੇ ਸਮਝਣੇ ਪੈਣੇ ਆ। ਕਿ ਉਹਨੇ ਲਿਖਿਆ ਜੋ ਹੈ ਉਹ ਮੇਟ ਨਹੀਂ ਸਕਦਾ, ਤੇ ਗੁਰੂ ਉਹ ਹੈ ਜਿਹੜਾ ਉਹਨੂੰ ਸੌਖੇ ਤਰੀਕੇ ਦੇ ਨਾਲ ਉਹ ਜੀਵਨ ਵਿੱਚ ਭੋਗ ਵੀ ਜਾਂਦਾ ਹੈ ਤੇ ਉਹਨੂੰ ਦੁੱਖ ਵੀ ਮਹਿਸੂਸ ਨਹੀਂ ਹੁੰਦਾ। ਪਰ ਤੁਹਾਡੀਆਂ ਗੱਲਾਂ ਮੇਰੇ ਮਨ ਵਿੱਚ ਨਹੀਂ, ਮੇਰੀ ਪਕੜ ਵਿੱਚ ਆਈਆਂ, ਮੇਰੀ ਸਮਝ ਵਿੱਚ ਨਹੀਂ ਆਈਆਂ ਹਨ। ਕਹਿਤ ਕੇ ਦੋਨੋਂ ਕਿਵੇਂ ਬਣੇ ਆਈ। ਇਹ ਦੋਨੋਂ ਕਿਵੇਂ ਬਣਾਉਣਗੀਆਂ ਕਿ ਗੁਰੂ ਦੀ ਵੀ ਰਹਿ ਜਾਏਗੀ ਤੇ ਪਰਮੇਸ਼ਵਰ ਦੇ ਲਿਖੇ ਹੋਏ ਲੇਖ ਦੀ ਵੀ ਰਹਿ ਜਾਏਗੀ। ਇਹ ਦੋਵੇਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ। ਲਿਖਿਓ ਭਾਗ ਜੇ ਭੋਗੇ ਪ੍ਰਾਣੀ। ਜੇ ਲਿਖਿਆ ਹੋਇਆ ਭੋਗ ਹੀ ਭੋਗਣਾ ਪਵੇਗਾ, ਜੋ ਭਾਗਾਂ ਵਿੱਚ ਉਹਨੇ ਲਿਖ ਦਿੱਤਾ ਹੈ ਉਹਨੂੰ ਜੇ ਭੋਗਣਾ ਹੀ ਪਵੇਗਾ। ਕਹਾ ਕਰੇ ਤਬ ਸ਼੍ਰੀ ਗੁਰੂ ਗਿਆਨੀ। ਫਿਰ ਗੁਰੂ ਦੇ ਗਿਆਨ ਨੂੰ ਕੀ ਕਰੀਏ ਅਸੀਂ, ਫਿਰ ਸਾਨੂੰ ਗੁਰੂ ਦੇ ਗਿਆਨ ਦੀ ਕੀ ਲੋੜ ਹੈ ਜੇ ਉਹਦੇ ਲਿਖੇ ਹੋਏ ਲੇਖ ਨੂੰ ਭੋਗਣਾ ਹੀ ਪਵੇਗਾ। ਜੇਕਰ ਗੁਰ ਸਹਾਇਤਾ ਕੀਨ। ਜੇ ਗੁਰੂ ਸਾਹਿਬ ਸਾਡੇ ਜੋ ਸਾਡੇ ਕਰਮ 'ਚ ਉਹਨੇ ਲਿਖ ਦਿੱਤਾ ਭਾਗਾਂ ਵਿੱਚ ਅਸੀਂ ਉਹਨੂੰ ਭੋਗ ਰਹੇ ਹਾਂ, ਉਹਦੇ ਵਿੱਚ ਗੁਰੂ ਜੀ ਸਹਾਇਤਾ ਕਰਨਗੇ ਤੇ ਉਹ ਕਿਵੇਂ ਕਰਨਗੇ। ਗੁਰੂ ਸਾਹਿਬ ਉਹਦੇ 'ਚ ਸਾਡੀ ਮਦਦ, ਸਾਡੀ ਸਹਾਇਤਾ ਕਿਵੇਂ ਕਰਨਗੇ, ਮੈਨੂੰ ਇਹ ਗੱਲ ਸਮਝ ਨਹੀਂ ਆਈ ਹੈ। ਲਿਖਿਓ ਭਾਗ ਮਿਟ ਕਰ ਹੋਏ ਛੀਨ। ਜਾਂ ਤਾਂ ਲਿਖੇ ਹੋਏ ਨੂੰ ਮਿਟਾਉਣਾ ਪਏਗਾ, ਤੇ ਜੇ ਲਿਖੇ ਹੋਏ ਨੂੰ ਭੋਗਣਾ ਤੇ ਗੁਰੂ ਕੀ ਸਹਾਇਤਾ ਕਰੇਗਾ ਉਹਦੇ 'ਚ ਗੁਰੂ ਦੀ ਕੀ ਮਦਦ ਮਿਲੇਗੀ ਸਾਨੂੰ। ਮੈਨੂੰ ਦੋਵੇਂ ਗੱਲਾਂ ਸਮਝ ਨਹੀਂ ਆਈਆਂ। ਜਾਂ ਤੇ ਮਮ ਮਨ ਮਹਿ ਨ ਆਵੇ। ਜਿੰਨਾ ਚਿਰ ਮੇਰੇ ਮਨ ਨੂੰ ਸਮਝ ਨਹੀਂ ਆਵੇਗੀ, ਦੋਨੋਂ ਵਿਦ ਕਾ ਸੇਵਨ ਆਵੇ। ਦੋਨੋਂ ਤਰੀਕੇ ਜਿੰਨਾ ਚਿਰ ਮੇਰੇ ਮਨ ਨੂੰ ਸਮਝ ਨਹੀਂ ਆਉਣਗੇ, ਮੈਂ ਗੁਰੂ ਸਾਹਿਬ ਜੀ ਤੁਹਾਨੂੰ ਗੁਰੂ ਕਿਵੇਂ ਮੰਨ ਸਕਦਾ, ਮੈਂ ਤੁਹਾਡਾ ਸਿੱਖ ਕਿਵੇਂ ਬਣ ਸਕਦਾ ਹਾਂ। ਸ਼੍ਰੀ ਗੁਰੂ ਕਹਿਓ ਰਹੋ ਦਿਨ ਤੀਨ। ਇੱਕ ਗੱਲ ਧਿਆਨ 'ਚ ਰੱਖਿਓ, ਗੁਰਬਾਣੀ ਸਾਨੂੰ ਅੱਖਾਂ ਬੰਦ ਕਰਕੇ ਭਰੋਸਾ ਕਰਨ ਨੂੰ ਨਹੀਂ ਕਹਿੰਦੀ। ਵੀ ਗੁਰਬਾਣੀ ਨਹੀਂ ਕਹਿੰਦੀ ਵੀ ਤੂੰ ਅੱਖਾਂ ਬੰਦ ਕਰਕੇ ਭਰੋਸਾ ਰੱਖ, ਜੋ ਮੈਂ ਕਹਿੰਦਾ ਉਹ ਸੱਤ ਕਰਕੇ ਮੰਨ। ਨਹੀਂ, ਗੁਰਬਾਣੀ ਕਹਿੰਦੀ ਆ ਪਹਿਲਾਂ ਅੱਖਾਂ ਖੋਲ,
ਅੱਖਾਂ ਖੋਲ ਕੇ ਪਹਿਲਾਂ ਸਮਝ, ਜੇ ਸਮਝ ਵਿੱਚ ਆਈ ਤਾਂ ਗੁਰੂ ਧਾਰਨ ਕਰੀ, ਤਾਂ ਗੁਰੂ ਦਾ ਸਿੱਖ ਬਣੀ। ਜਿਹੜਾ ਕਹਿੰਦਾ ਨਾ ਅੱਖਾਂ ਬੰਦ ਕਰਕੇ ਭਰੋਸਾ ਕਰੋ, ਉਹਨੇ ਧੋਖਾ ਹੀ ਦੇਣਾ ਹੁੰਦਾ ਹੈ। ਉਹਨੂੰ ਪਤਾ ਅੱਖਾਂ ਖੁੱਲ ਗਈਆਂ ਤੇ ਮੇਰਾ ਪਰਦਾ ਉੱਠ ਜਾਣਾ, ਮੇਰਾ ਪਾਜ ਖੁੱਲ ਜਾਣਾ, ਮੇਰੀ ਅਸਲੀਅਤ ਪਤਾ ਲੱਗ ਜਾਣੀ ਹੈ। ਇਸ ਲਈ ਅਧੂਰਾ ਕਹੇਗਾ ਮੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ, ਕਿਉਂਕਿ ਉਹਨੂੰ ਪਤਾ ਅੱਖਾਂ ਖੁੱਲ ਗਈਆਂ ਤੇ ਮੇਰਾ ਪਰਦਾ ਉੱਠ ਜਾਣਾ। ਪਰ ਪੂਰਾ ਗੁਰੂ ਕਹਿੰਦਾ ਪਹਿਲਾਂ ਅੱਖਾਂ ਖੋਲ, ਅੱਖਾਂ ਖੋਲ ਕੇ ਪਹਿਲਾਂ ਗੱਲ ਸਮਝ ਲੈ। ਜਦੋਂ ਤੂੰ ਅੱਖਾਂ ਖੋਲ ਕੇ ਗੱਲ ਸਮਝੇਗਾ ਫਿਰ ਮੇਰੇ ਤੇ ਭਰੋਸਾ ਕਰੀ, ਫਿਰ ਤੂੰ ਮੇਰੇ ਦੱਸੇ ਹੋਏ ਮਾਰਗ ਤੇ ਤੁਰੀ। ਬਸ ਅਧੂਰੇ ਤੇ ਪੂਰੇ ਵਿੱਚ ਇਹੀ ਕਰਕੇ ਭਰੋਸਾ ਕਰਿਆ ਤੇ ਸਭ ਕੁਝ ਲੁੱਟ ਕੇ ਲੈ ਗਿਆ। ਇੱਕ ਨੇ ਅੱਖਾਂ ਖੋਲ ਕੇ ਭਰੋਸਾ ਕਰਾਇਆ ਤੇ ਆਪਣਾ ਸਰਬੰਸ ਲੁਟਾ ਦਿੱਤਾ, ਆਪਣਾ ਪਰਿਵਾਰ ਲੁਟਾ ਦਿੱਤਾ। ਪੂਰਾ ਗੁਰੂ ਕਹਿੰਦਾ ਅੱਜ ਮੈਨੂੰ ਸੀਸ ਚਾਹੀਦਾ ਹੈ, ਅੱਖਾਂ ਖੋਲੋ, ਸੀਸ ਚਾਹੀਦਾ ਹੈ। ਪੰਜਾਂ ਪਿਆਰਿਆਂ ਨੇ ਸੀਸ ਭੇਟਾ ਕੀਤਾ। ਮਹਾਰਾਜ ਕਹਿੰਦੇ ਜੇ ਮੇਰੇ ਤੇ ਭਰੋਸਾ ਕਰਕੇ ਤੁਸੀਂ ਅੱਖਾਂ ਖੋਲ ਕੇ ਸੀਸ ਭੇਟਾ ਕੀਤਾ ਨਾ, ਤੇ ਫਿਰ ਮੈਂ ਵੀ ਆਪਣਾ ਸਰਬੰਸ ਤੁਹਾਡੇ ਤੋਂ ਲੁਟਾ ਦਿਆਂਗਾ। ਅਧੂਰਾ ਕਹਿੰਦਾ ਅੱਖਾਂ ਬੰਦ ਕਰ, ਅੱਖਾਂ ਖੋਲੀ ਨਾ, ਕਿਉਂਕਿ ਉਹਨੇ ਸਾਰਾ ਕੁਝ ਲੁੱਟਣਾ ਹੁੰਦਾ ਸਾਡੇ ਕੋਲੋਂ। ਬਸ ਇਹ ਫਰਕ ਸਮਝਣ ਦੀ ਲੋੜ ਹੈ। ਹੁਣ ਇਹਨੇ ਸਿੱਧਾ ਹੀ ਕਹਿ ਦਿੱਤਾ ਮੰਡੀ ਦੇ ਰਾਜੇ ਨੇ, ਕਹਿੰਦਾ ਮੈਂ ਕਿਵੇਂ ਤੁਹਾਡੇ ਤੇ ਭਰੋਸਾ ਕਰਾਂ, ਮੈਂ ਕਿਉਂ ਤੁਹਾਨੂੰ ਗੁਰੂ ਧਾਰਨ ਕਰਾਂ, ਮੈਨੂੰ ਦੋਵੇਂ ਗੱਲਾਂ ਚੰਗੀ ਤਰ੍ਹਾਂ ਸਮਝਾਉਣਾ ਕਰੋ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਰਾਜਨ, ਜਿਹੜਾ ਤੇਰੇ ਮਨ ਵਿੱਚ ਸ਼ੰਕਾ ਪੈਦਾ ਹੋਈ ਆ ਉਹ ਇੱਕ ਦਿਨ ਵਿੱਚ ਦੂਰ ਨਹੀਂ ਹੋਣੀ, ਉਹਨੂੰ ਥੋੜਾ ਸਮਾਂ ਲੱਗੇਗਾ, ਟਾਈਮ ਲੱਗੇਗਾ। ਸਤਿਗੁਰੂ ਮਹਾਰਾਜ ਕਹਿੰਦੇ ਇਦਾਂ ਕਰ, ਰਹੋ ਦਿਨ 3 ਤੋ 3 ਦਿਨ ਸਾਡੇ ਕੋਲ ਰਹਿਣਾ ਕਰ, ਜਿਮ ਹੋਏ ਦੋਨੋਂ ਤਿਮ ਲੇਹੋ ਚੀਨ। ਤੇ ਦੋਨੋਂ ਜੁਗਤੀਆਂ ਤੈਨੂੰ ਸਮਝ ਆ ਜਾਣਗੀਆਂ, ਦੋਨੋਂ ਤਰੀਕੇ ਸਮਝ ਆ ਜਾਣਗੇ ਵੀ ਲੇਖ ਨਾ ਮਿਟਾਈ, ਇਹ ਸਖੀ ਜੋ ਲਿਖਿਆ ਕਰਤਾਰ, ਤੇ ਦੂਸਰਾ ਗੁਰੂ ਕਿਉਂ ਧਾਰਨ ਕਰਨਾ ਹੈ, ਇਹ ਦੋਵੇਂ ਤੈਨੂੰ ਗੱਲਾਂ ਸਮਝ ਆ ਜਾਵਣਗੀਆਂ। ਉਹ ਸਿੱਖ ਗੁਰ ਕਰਕੇ ਬਣੋ। ਫਿਰ ਤੂੰ ਗੁਰੂ ਦਾ ਸਿੱਖ। ਅਸੀਂ ਤੈਨੂੰ ਧੱਕੇ ਨਾਲ ਨਹੀਂ ਬਣਾ ਰਹੇ, ਅਸੀਂ ਜ਼ੋਰ ਜ਼ਬਰਦਸਤੀ ਨਹੀਂ ਤੇਰੇ ਨਾਲ ਕਰਨਾ ਵੀ ਤੂੰ ਸਿੱਖ ਬਣਨਾ ਹੀ ਬਣਨਾ, ਬਣਨਾ ਹੀ ਬਣਨਾ, ਨਹੀਂ। ਕਹਿਣ ਲੱਗੇ ਪਹਿਲਾਂ 3 ਦਿਨ ਰਹਿ, ਤੈਨੂੰ ਦੋਵੇਂ ਗੱਲਾਂ ਸਮਝ ਆਉਣ, ਫਿਰ ਤੂੰ ਗੁਰੂ ਦਾ ਸਿੱਖ ਬਣੀ। ਅੱਜ ਵੀ ਅਸੀਂ ਨਾ ਧੱਕਾ ਜ਼ੋਰ ਦੇ ਕੇ ਅੰਮ੍ਰਿਤ ਖੰਡੇ ਦੀ ਪੋਲ ਦਬਾ ਤੇ ਦਿੰਦੇ ਆ ਵੀ ਨਹੀਂ ਲਓ ਲਓ, ਉਹਨੂੰ ਪਤਾ ਹੁੰਦਾ ਨਹੀਂ ਖੰਡੇ ਦੀ ਪੋਲ ਹੈ ਕੀ, ਉਹਨੂੰ 5 ਕਕਾਰਾਂ ਦਾ ਪਤਾ ਹੁੰਦਾ ਨਹੀਂ, ਤੇ ਦੂਜੇ ਦਿਨ ਪਤਾ ਲੱਗਦਾ ਵੀ 5 ਕਕਾਰ ਕਿਤੇ ਪਏ ਨੇ, ਆਪ ਕਿਤੇ ਪਿਆ। ਇਸ ਲਈ ਪਹਿਲਾਂ ਸਮਝਾਓ ਉਹਨੂੰ ਕਿ 5 ਕਕਾਰਾਂ ਦੀ ਅਹਿਮੀਅਤ ਕੀ ਹੈ। ਪਹਿਲੇ ਉਹਨੂੰ ਸਮਝਾਓ ਕੇਸ ਕੀ ਨੇ, ਕੜਾ ਕੀ ਹੈ, ਕੰਗਾ ਕੀ ਹੈ, ਕਿਰਪਾਨ ਕੀ ਹੈ। ਫਿਰ ਜਦੋਂ ਉਹ ਖੰਡੇ ਦੀ ਪੌਲ ਲਏਗਾ ਉਹਦੀ ਕਦਰ ਕਰੇਗਾ। ਅਸੀਂ ਧੱਕਾ ਕਰਦੇ ਹਾਂ, ਜ਼ੋਰ ਜ਼ਬਰਦਸਤੀ ਕਰਦੇ ਹਾਂ, ਪਤਾ ਲੱਗਦਾ ਵੀ 5 ਕਕਾਰ ਕਿਤੇ, ਆਪ ਕਿਤੇ ਆ। ਪਹਿਲੇ ਉਹਨੂੰ ਗੁਰਬਾਣੀ ਸਮਝਾਓ, ਉਹਨੂੰ ਸਮਝਾਓਗੇ ਫਿਰ ਉਹ ਕਦੇ ਮੁੱਖ ਨਹੀਂ ਮੋੜੇਗਾ। ਅਸੀਂ ਸਮਝਾਇਆ ਨਹੀਂ, ਧੱਕਾ ਕੀਤਾ, ਉਹ ਦੂਜੇ ਤੀਜੇ ਦਿਨ ਮੁੱਖ ਮੋੜ ਗਿਆ। ਬਸ ਇੱਥੇ ਆ ਕੇ ਅਸੀਂ ਕਮਜ਼ੋਰ ਪੈ ਜਾਂਦੇ ਹਾਂ। ਗੱਲ ਨੂੰ ਸਮਝਣ ਦਾ ਯਤਨ ਕਰਿਓ। ਗੁਰੂ ਸਾਹਿਬ ਕਹਿੰਦੇ ਤੂੰ 3 ਦਿਨ ਰਹਿ, ਤੇਰੇ ਸਵਾਲਾਂ ਦਾ ਜਵਾਬ ਮਿਲੇਗਾ, ਫਿਰ ਤੂੰ ਗੁਰੂ ਧਾਰਨ ਕਰੀ ਤੇ ਗੁਰੂ ਦਾ ਸਿੱਖ ਬਣੀ। ਸੰਸਾ ਜੇਤਿਕ ਸਕਲ ਹੀ ਹਨੋ। ਤੇਰੇ ਜੇ ਮਨ ਦੀ ਸਾਰੀ ਸ਼ੰਕਾ 3 ਦਿਨਾਂ ਵਿੱਚ ਦੂਰ ਨਾ ਹੋਈ, ਮਾਨ ਬਚਨ ਸਤਿਗੁਰ ਕੋ ਲੀਨ। ਤਾਂ ਫਿਰ ਤੈਨੂੰ ਅਸੀਂ ਨਹੀਂ ਕਵਾਂਗੇ ਤੂੰ ਇੱਥੇ ਰੁਕ, ਤੂੰ ਚਲਾ ਜਾਈ ਵਾਪਸ, ਅਸੀਂ ਤੈਨੂੰ ਰੋਕਾਂਗੇ ਵੀ ਨਹੀਂ। ਬਸ ਇੱਕ ਵਾਰ ਸਾਡੀ ਗੱਲ ਮੰਨ ਲੈ, 3 ਦਿਨ ਰੁਕ ਜਾ, ਤੈਨੂੰ ਤੇਰੇ ਮਨ ਦੀ ਸ਼ੰਕਾ ਵੀ ਦੂਰ ਹੋਏਗੀ, ਸਵਾਲ ਦਾ ਜਵਾਬ ਵੀ ਮਿਲੇਗਾ। ਨਹੀਂ ਹੋਇਆ ਤੇ ਚਲਾ ਜਾਈ ਵਾਪਸ। ਸਤਿਗੁਰੂ ਜੀ ਦੀ ਗੱਲ ਇਸ ਮੰਡੀ ਦੇ ਰਾਜੇ ਨੇ ਮੰਨ ਲਈ ਹੈ। ਲਿਆਇਓ ਭੇਟ ਸੋ ਅਰਪਣ ਕੀਨ। ਜੋ ਭੇਟਾਵਾਂ ਲੈ ਕੇ ਆਇਆ ਸੀ ਸਤਿਗੁਰੂ ਜੀ ਅੱਗੇ ਅਰਪਣ ਕਰਦਾ ਹੈ। ਮਸਤਕ ਟੇਕ ਆਈ ਗੋ ਡੇਰੇ। ਨਮਸਕਾਰ ਕਰਕੇ ਵਾਪਸ ਆਪਣੀ ਜਗ੍ਹਾ ਤੇ ਆ ਗਿਆ, ਜਿੱਥੇ ਇਸ ਮੰਡੀ ਦੇ ਰਾਜੇ ਦੇ ਰੁਕਣ ਦਾ ਪ੍ਰਬੰਧ ਕੀਤਾ ਸੀ, ਉੱਥੇ ਪਰਤ ਕੇ ਵਾਪਸ ਆ ਗਿਆ। ਖਾਣ ਪਾਣ ਕਰ ਕੇ ਹਿਤ ਕੇਰੇ। ਕਹਿੰਦੇ ਨੇ ਦਿਨ ਲੰਘਿਆ, ਰਾਤ ਦਾ ਸਮਾਂ ਆਇਆ, ਇਹਨੇ ਲੰਗਰ ਪ੍ਰਸ਼ਾਦ ਛਕਿਆ ਹੈ। ਦੇਗ ਪ੍ਰਸਾਦ ਅਜਿਓ ਸੁਖ ਪਾਇਓ। ਜਦੋਂ ਕਹਿੰਦੇ ਲੰਗਰ ਪ੍ਰਸ਼ਾਦ ਇਹਨੇ ਛਕ ਲਿਆ, ਕਰਿਓ ਤਹਾਂ ਸੋ ਦਿਵਸ ਬਿਤਾਇਓ। ਤੇ ਦਿਨ ਵੀ ਇਸੇ ਤਰ੍ਹਾਂ ਉੱਥੇ ਰਹਿ ਕੇ ਬਤਾਇਆ। ਫਿਰ ਲੰਗਰ ਪ੍ਰਸ਼ਾਦ ਛਕ ਕੇ ਅੱਗੋਂ ਰਾਤਰੀ ਦਾ ਸਮਾਂ ਆਉਣਾ ਹੈ। ਭਈ ਜਾਮਨੀ ਕਬਹੂ ਆਏ। ਜਦੋਂ ਜਾਮਨੀ ਮੈਨੇ ਰਾਤ, ਜਦੋਂ ਰਾਤ ਦਾ ਸਮਾਂ ਆਇਆ ਹੈ, ਸਹਿਜਾ ਪਰਥਿਰ ਹੋਇ ਨਲ ਰਾਏ। ਇਹ ਰਾਤ ਦੇ ਸਮੇਂ ਆਰਾਮ ਕਰਨ ਲਈ ਆਪਣੇ ਜਿਹੜਾ ਇਹਨੂੰ ਮੰਜਾ ਮਿਲਿਆ ਜਾਂ ਪਲੰਗ ਮਿਲਿਆ, ਜੋ ਰਹਿਣ ਲਈ ਥਾਂ ਮਿਲੀ ਹੈ, ਉੱਥੇ ਆ ਕੇ ਇਹ ਸੌਣ ਵਾਸਤੇ ਲੇਟ ਗਿਆ। ਸੁਖ ਸੋ ਸੁਪਤਿਓ ਨਿਰਪ ਬੁੱਧਵਾਨ। ਕਹਿੰਦੇ ਨੇ ਆਪਣੇ ਆਪ ਨੂੰ ਇਹ ਸੋਚ ਰਿਹਾ ਸੀ ਮੈਂ ਬੜਾ ਬੁੱਧੀਵਾਨ ਆ, ਮੈਂ ਗੁਰੂ ਜੀ ਨੂੰ ਸਵਾਲ ਕੀਤਾ ਤੇ ਉਹਦਾ ਜਵਾਬ ਮੈਨੂੰ ਕਹਿੰਦੇ 3 ਦਿਨ ਚ। ਇਹ ਸੋਚਦਾ ਸੋਚਦਾ ਸੌਂ ਗਿਆ। ਚੌਂਕੀਦਾਰ ਘਰੇ ਸਵਦਾਨ। ਇਹਦੇ ਜਿਹੜੇ ਅਹਿਲਕਾਰ ਵਜ਼ੀਰ ਸਿਪਾਹੀ ਨਾਲ ਆਏ ਸੀ, ਉਹ ਕਹਿੰਦੇ ਨੇ ਪਹਿਰੇ ਤੇ ਖਲੋਤੇ ਹਨ। ਸੋਵਤ ਜਬ ਜੁਗ ਜਾਮ ਬਿਤਾਏ। ਜਦੋਂ 2 ਘੜੀਆਂ ਦਾ ਸਮਾਂ ਜਿਹੜਾ ਸੀ ਉਹ ਬਤੀਤ ਹੋਇਆ ਹੈ, ਅਦਭੁਤ ਸਪਨੋ ਤੇਸ਼ਨ ਆਏ। ਇੱਕ ਅਨੋਖੇ ਢੰਗ ਦਾ ਸੁਪਨਾ ਇਹਨੂੰ ਆਇਆ। ਸੁੱਤਿਆਂ ਹੀ ਕਹਿੰਦੇ ਥੋੜਾ ਸਮਾਂ ਹਜੇ ਲੰਘਿਆ ਸੀ, ਇੱਕ ਅਨੋਖਾ ਹੈਰਾਨੀਜਨਕ ਸੁਪਨਾ ਇਹਨੂੰ ਆਉਣਾ ਸ਼ੁਰੂ ਹੋਇਆ। ਆਪਣੋ ਰਾਜ ਭੋਗ ਬ੍ਰਿਧ ਹੋਵਾ। ਹੁਣ ਮੰਡੀ ਦਾ ਰਾਜਾ, ਇਸ ਰਾਜ ਨੂੰ ਇਹਨੇ ਸਾਰੀ ਉਮਰ ਜਿਹੜਾ ਸੀ ਉਹ ਭੋਗਣਾ ਕੀਤਾ। ਵਧਿਓ ਕਟੰਬ ਸਗਲੀ ਜੋਵਾ। ਇਹਦਾ ਪਰਿਵਾਰ ਵਧਿਆ, ਅੱਗੋਂ ਧੀਆਂ ਪੁੱਤਰ ਇਹਦੇ ਜਿਹੜੇ ਹੋਏ ਸੁਪਨੇ ਵਿੱਚ ਦੇਖ ਰਿਹਾ ਕਿ ਮੈਂ ਜਿਹੜਾ ਰਾਜਾ ਮੰਡੀ ਦਾ, ਮੈਂ ਆਪਣਾ ਰਾਜ ਭੋਗ ਰਿਹਾ, ਔਰ ਮੇਰਾ ਜਿਹੜਾ ਅੱਗੋਂ ਪਰਿਵਾਰ ਵਧਿਆ ਹੈ। ਪੋਨਾ ਮ੍ਰਿਤ ਹੋਏ ਗਇਓ ਇਸ ਕਾਲ। ਉਮਰ ਇਹਨੇ ਭੋਗ ਲਈ ਤੇ ਇੱਕ ਦਿਨ ਦੀ ਮੌਤ ਹੋ ਗਈ। ਧਿਆਨ ਰੱਖਿਓ, ਬੜੇ ਧਿਆਨ ਨਾਲ ਸਮਝਿਓ ਵਿਚਾਰ ਨੂੰ, ਔਰ ਇੱਕ ਪੰਕਤੀ ਨੂੰ ਬੜੇ ਧਿਆਨ ਨਾਲ ਸਮਝ ਕੇ, ਇੱਕ ਕਹਿ ਲਓ ਕਿ ਜਿਵੇਂ ਪਿਕਚਰ ਚੱਲ ਰਹੀ ਹੈ, ਸੀਨ ਚੱਲ ਰਿਹਾ ਹੈ, ਉਹ ਸੀਨ ਆਪਣੇ ਦਿਮਾਗ ਵਿੱਚ ਰੱਖੋਗੇ ਤਾਂ ਗੱਲ ਪਕੜ ਵਿੱਚ ਆਉਣੀ ਹੈ। ਗੁਰੂ ਸਾਹਿਬ ਨੇ 3 ਦਿਨ ਦਾ ਸਮਾਂ ਦਿੱਤਾ। ਪਹਿਲੀ ਰਾਤ ਆਈ ਤੇ ਸੌਂ ਗਿਆ। ਥੋੜਾ ਸਮਾਂ ਬੀਤਿਆ, ਸੁਪਨਾ ਚੱਲ ਪਿਆ। ਸੁਪਨੇ ਵਿੱਚ ਇਹ ਜਿਹੜਾ ਮੰਡੀ ਦਾ ਰਾਜਾ, ਇਹਨੇ ਸਾਰਾ ਜੀਵਨ ਭੋਗਿਆ। ਭੋਗ ਕੇ ਇੱਕ ਦਿਨ ਇਹਦੀ ਮੌਤ ਹੋ ਗਈ। ਰਾਜਧਾਨੀ ਪਾਸ਼ੋਕ ਵਿਸਾੜ। ਇਹ ਜਿਹੜੀ ਮੰਡੀ ਦੀ ਰਿਆਸਤ ਸੀ, ਸਾਰੇ ਸ਼ੋਕ ਵਿੱਚ ਨੇ। ਇਹ ਦੇਖ ਰਿਹਾ ਸੁਪਨੇ 'ਚ, ਇਹ ਸਾਰਿਆਂ ਨੂੰ ਬੜਾ ਗਮ ਲੱਗ ਗਿਆ, ਦੁੱਖ ਲੱਗ ਗਿਆ ਕਿ ਸਾਡਾ ਰਾਜਾ ਜਿਹੜਾ ਸੀ ਉਹ ਮਰ ਗਿਆ ਹੈ। ਸਭ ਕੋ ਰੁਦਤ ਤਿਆਗ ਕਰ ਗਇਓ। ਔਰ ਸਾਰਿਆਂ ਨੂੰ ਰੋਂਦਿਆਂ ਛੱਡ ਕੇ ਇਹ ਗਿਆ। ਸੁਪਨੇ 'ਚ ਵੇਖ ਰਿਹਾ ਕਿ ਮੇਰੇ ਜਾਣ ਤੋਂ ਬਾਅਦ ਸਾਰੇ ਹੀ ਰੋ ਰਹੇ ਹਨ। ਕਰ ਚੰਡਾਲ ਜਨਮ ਪੁੰਨ ਲਿਓ। ਔਰ ਅਗਲਾ ਜਨਮ ਕਿੱਥੇ ਹੋਇਆ? ਚੰਡਾਲ ਦੇ ਘਰ ਵਿੱਚ। ਇਹ ਵੀ ਇਹਨੂੰ ਸੁਪਨੇ 'ਚ ਦੱਸਿਆ ਵੀ ਇਧਰੋਂ ਸਰੀਰ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸਰੀਰ ਆ ਛੱਡ ਦਿੱਤਾ, ਅੱਗੋਂ ਫਿਰ ਇਹਨੂੰ ਇੱਕ ਸਰੀਰ ਮਿਲ ਗਿਆ। ਉਹ ਜਿਹੜਾ ਜਨਮ ਹੋਇਆ ਉਹ ਚੰਡਾਲ ਦੇ ਘਰ ਹੋਇਆ। ਕਰਹਿ ਦੁਲਾਰਣ ਸੁਤ ਕਹਿ ਸੋਏ। ਹੁਣ ਜਿਹਦੇ ਘਰ ਵਿੱਚ ਜਨਮ ਹੋਇਆ ਉਹ ਮਾਂ-ਬਾਪ ਬੜੇ ਦੁਲਾਰ ਪਿਆਰ ਲਾਡ ਪਿਆਰ ਇਹਦੇ ਨਾਲ ਕਰਦੇ ਹਨ। ਖਾਣ ਪਾਣ ਕਰ ਬ੍ਰਿਤ ਤਹਿ ਹੋਏ। ਕਹਿਣ ਲੱਗੇ ਵੀ ਇੱਥੇ ਇਹਨੂੰ ਖਾਣ ਪੀਣ ਨੂੰ ਵੀ ਬਹੁਤ ਵਧੀਆ ਸੋਹਣਾ ਮਿਲਣ ਲੱਗ ਪਿਆ। ਦਿਨ ਪ੍ਰਤੀ ਦਿਨ ਸਮਾਂ ਲੰਘਣਾ ਸ਼ੁਰੂ ਹੋਇਆ। ਜਬ ਸੰਮਤ 10 ਕੋ ਹੋਏ ਗਇਓ। ਕਹਿਣ ਲੱਗੇ 10 ਸਾਲ ਦੀ ਉਮਰ ਹੋ ਗਈ। ਸਾਰਾ ਸੀਨ ਚੱਲ ਰਿਹਾ ਸੁਪਨੇ ਕਿ 10 ਸਾਲ ਦੀ ਆਰਜ਼ੂ ਜਿਹੜੀ ਹੋਈ ਹੈ। ਫਿਰ ਸਮਾਂ ਬੀਤਿਆ 12 13 14 15 ਸਾਲ ਤੱਕ ਸਮਾਂ ਲੰਘਿਆ ਹੈ। ਉਤਸਵ ਤੇ ਵਿਆਹ ਤਹਿ ਪਇਓ। ਇੱਕ ਦਿਨ ਫਿਰ ਵਿਆਹ ਦਾ ਉਤਸਵ ਬਣ ਗਿਆ। ਮਾਂ-ਬਾਪ ਨੇ ਅੱਗੋਂ ਸੋਹਣਾ ਦੇਖਿਆ ਪਰਿਵਾਰ। ਹੁਣ ਇਹਦੇ ਜਿਨ੍ਹਾਂ ਦੇ ਘਰ 'ਚ ਇਹਨੇ ਜਨਮ ਲਿਆ ਸੀ, ਉਹ ਇਹਦੇ ਵਿਆਹ ਦੀਆਂ ਤਿਆਰੀਆਂ ਕਰਦੇ ਹਨ। ਬੰਦਪ ਸੰਗ ਬ੍ਰਿੰਦ ਚੰਡਾਲ।
ਕਹਿੰਦੇ ਸਾਰਾ ਪਰਿਵਾਰ ਰਿਸ਼ਤੇਦਾਰੀ ਬਰਾਦਰੀ ਇਕੱਠੀ ਇੱਕ ਥਾਂ ਤੇ ਹੋਈ ਹੈ ਗਾਇਨ ਬਾਦਤ ਕੀਨ ਵਿਸਾਲ ਔਰ ਵਿਆਹ ਸ਼ਾਦੀਆਂ ਵਿੱਚ ਜੋ ਗਾਉਣ ਵਜਾਉਣ ਹੁੰਦਾ ਉਹ ਵੀ ਹੋਣ ਲੱਗ ਪਿਆ ਬਹੁ ਪ੍ਰਸੰਤਾ ਤਿਨਮੈ ਹੋਈ ਬੜੀ ਖੁਸ਼ੀ ਬੜਾ ਉਸ ਵੇਲੇ ਖੁਸ਼ੀ ਦਾ ਮਾਹੌਲ ਇਹ ਸੁਪਨੇ ਵਿੱਚ ਸੀਨ ਜਿਹੜਾ ਚੱਲ ਰਿਹਾ ਵੇਖ ਰਿਹਾ ਇਹ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੈ ਕਰਕੇ ਵਿਆਹ ਮੇਲ ਸਭ ਕੋਈ ਕਹਿੰਦੇ ਵਿਆਹ ਹੋ ਗਿਆ ਸੁਪਨੇ ਵਿੱਚ ਵਿਆਹ ਵੀ ਹੋ ਗਿਆ ਮੇਲ ਵੀ ਹੋ ਗਿਆ ਔਰ ਕਹਿੰਦੇ ਨੇ ਫਿਰ ਆਪਣੇ ਘਰ ਇਹ ਬਰਾਤ ਵਾਪਸ ਆਈ ਹੈ ਆਏ ਸਦਨ ਮੈਂ ਬਸਣੇ ਲੱਗਿਓ ਔਰ ਆਪਣੇ ਘਰ ਵਿੱਚ ਵਿਆਹ ਤੋਂ ਬਾਅਦ ਆਪਣੇ ਘਰ ਵਿੱਚ ਵਸਣ ਲੱਗ ਪਿਆ ਜੋ ਕਿਰਤ ਕਰਨੀ ਸੀ ਉਹ ਕਰਨ ਲੱਗ ਪਿਆ ਨਿਜ ਪਰਿਵਾਰ ਸੰਗ ਅਨੁਰਾਗਿਓ ਕਿ ਅੱਗੋਂ ਫਿਰ ਇਹਦਾ ਪਰਿਵਾਰ ਸਮਾਂ ਪਾ ਕੇ ਫਿਰ ਇਹਦਾ ਪਰਿਵਾਰ ਜਿਹੜਾ ਵਧਿਆ ਹੈ ਇਸੀ ਰੀਤ ਵੀ ਤਿਉਜਰ ਕਾਲ ਇਸੇ ਤਰੀਕੇ ਨਾਲ ਬਹੁਤ ਸਮਾਂ ਜ਼ਿੰਦਗੀ ਦਾ ਬਤੀਤ ਹੋਇਆ ਜਨਮ ਹੋਇਆ ਬਾਲਪਨ ਲੰਘ ਗਿਆ ਜੋਬਨ ਆ ਗਿਆ ਜੋਬਨ ਵਿੱਚ ਵਿਆਹ ਹੋ ਗਿਆ ਅੱਗੋਂ ਪਰਿਵਾਰ ਵੱਧ ਗਿਆ ਇਸੇ ਤਰ੍ਹਾਂ ਬਹੁਤ ਸਮਾਂ ਜ਼ਿੰਦਗੀ ਦਾ ਲੰਘਿਆ ਹੈ ਭਇਓ ਤਰਨ ਬਲਵਾਨ ਵਿਸਾਲ ਕਹਿਣ ਲੱਗੇ ਇਹ ਜਿਹੜਾ ਤਰਨ ਮੈਨੇ ਜਵਾਨੀ ਹੁਣ ਜਿਹੜੇ ਜਵਾਨੀ ਦੇ ਦਿਨ ਸੀ ਉਹ ਘਟਣੇ ਸ਼ੁਰੂ ਹੋਇਆ ਤੇ ਬੜੇਪੇ ਵੱਲ ਨੂੰ ਵਧਣਾ ਸ਼ੁਰੂ ਹੋਇਆ ਹੈ ਪੁੱਤਰ ਸੁਤਾ ਉਤਪਤ ਗਨ ਕਰੇ ਇਹਦੇ ਘਰ ਦੇ ਵਿੱਚ ਕਹਿਣ ਲੱਗੇ ਪੁੱਤਰ ਵੀ ਹੈ ਸੁਤਾ ਕਹਿੰਦੇ ਧੀ ਨੂੰ ਇਹ ਧੀ ਵੀ ਇਹਦੇ ਘਰ ਵਿੱਚ ਹੈ ਅੱਗੋਂ ਪੁੱਤਰ ਵੀ ਇਹਦੇ ਘਰ ਵਿੱਚ ਹੈ ਤਿਨ ਕੋ ਵਿਆਹਿਓ ਉਤਸਵ ਤਰੇ ਉਮਰ ਵੱਧ ਗਈ ਬੜੇਪਾ ਆ ਗਿਆ ਅੱਗੋਂ ਉਹਨਾਂ ਦਾ ਵੀ ਵਿਆਹ ਕਰ ਦਿੱਤਾ ਪੁੱਤਰ ਤੇ ਧੀ ਦਾ ਵੀ ਇਹਨੇ ਵਿਆਹ ਕਰ ਦਿੱਤਾ ਕੋ ਵਿਸਾਲ ਕੋ ਲਗ ਹੈ ਆਨੰਦ ਹੁਣ ਕਹਿੰਦੇ ਪਰਿਵਾਰ ਹੋਰ ਵੱਧ ਗਿਆ ਪਹਿਲੇ ਸੀ ਮਾਂ-ਬਾਪ ਫਿਰ ਕਹਿੰਦੇ ਵਿਆਹਿਆ ਗਿਆ ਅੱਗੋਂ ਧੀ ਪੁੱਤ ਆ ਗਿਆ ਅੱਗੋਂ ਵੀ ਵਿਆਹੇ ਗਏ ਹੋਰ ਬਰਾਦਰੀ ਰਿਸ਼ਤੇਦਾਰੀ ਵਿੱਚ ਵਾਧਾ ਹੋਇਆ ਕੇਤਿਕ ਤਨੀਆ ਪਈ ਬਿਲੰਦ ਕਹਿਣ ਲੱਗੇ ਜਿਹੜੀਆਂ ਤਨੀਆਂ ਮੈਨੇ ਇਹਦੀ ਜਿਹੜੀ ਆ ਪੁੱਤਰੀ ਕਹਿ ਲਓ ਇਸਤਰੀ ਵੀ ਕਹਿ ਲਓ ਕਹਿਣ ਲੱਗੇ ਜਿਵੇਂ ਸਮਾਂ ਅੱਗੇ ਆਪਣੀ ਚਾਲ ਚੱਲਿਆ ਸੀ ਸਭ ਕੋ ਵਿਆਹ ਬਜੋ ਪਰਿਵਾਰਾ ਅੱਗੋਂ ਜਿਹੜੇ ਕਹਿੰਦੇ ਸੀ ਜਿਵੇਂ ਇੱਕ ਧੀ ਦਾ ਵਿਆਹ ਕੀਤਾ ਅੱਗੋਂ ਉਹਦੇ ਫਿਰ ਬੱਚੇ ਹੋ ਗਏ ਫਿਰ ਦੂਸਰੀ ਧੀ ਦਾ ਵਿਆਹ ਕੀਤਾ ਸਮਾਂ ਪਾ ਕੇ ਉਹਦੇ ਵੀ ਅੱਗੋਂ ਬੱਚੇ ਵੇਖਣ ਨੂੰ ਮਿਲੇ ਹਨ ਪੁੱਤਰ ਪੁੱਤਰ ਹੇਰਤ ਹਿਤ ਪਾਰਾ ਹੁਣ ਪਰਿਵਾਰ ਇੰਨਾ ਵੱਧ ਗਿਆ ਵੀ ਦੋਤੇ ਦੋਤੀਆਂ ਪੁੱਤ ਪੋਤਰੇ ਅੱਗੋਂ ਪੋਤੀਆਂ ਇਹ ਸੀਨ ਚੱਲ ਰਿਹਾ ਵੀ ਦੇਖ ਰਿਹਾ ਮੇਰੇ ਪੋਤੇ ਵੀ ਨੇ ਪੋਤੀਆਂ ਵੀ ਨੇ ਦੋਤੇ ਵੀ ਨੇ ਦੋਤੀਆਂ ਵੀ ਨੇ ਇਸ ਤਰ੍ਹਾਂ ਪਰਿਵਾਰ ਵੇਖ ਰਿਹਾ ਹੈ ਹਰਖ ਸ਼ੋਕ ਧਾਰਿਤ ਤਿਨ ਮਾਹੀ ਕਹਿੰਦੇ ਨੇ ਉਸ ਸਮੇਂ ਦੌਰਾਨ ਕਿਤੇ ਖੁਸ਼ੀ ਹੈ ਔਰ ਕਿਤੇ ਗਮ ਦਾ ਸਮਾਂ ਹੈ ਕਿਤੇ ਹਰਖ ਹੈ ਕਿਤੇ ਸ਼ੋਕ ਇਹ ਦੋਵੇਂ ਸਮੇਂ ਜਿਹੜੇ ਚੱਲ ਰਹੇ ਹਨ ਦੁੱਖ ਸੁੱਖ ਦੇਖਤ ਉਹਦੇ ਨਿਵਾਹੀ ਔਰ ਦੁੱਖ ਸੁੱਖ ਨੂੰ ਵੇਖਦਿਆਂ ਇਹ ਜਿਹੜਾ ਦੂਜਾ ਜਨਮ ਹੋਇਆ ਸੀ ਚੰਡਾਲ ਦੇ ਘਰ ਇੱਥੇ ਵੀ ਆਉਦ ਕਹਿੰਦੇ ਨੇ ਉਮਰ ਨੂੰ ਇੱਥੇ ਵੀ ਇਹਨੇ ਆਪਣੀ ਉਮਰ ਜਿਹੜੀ ਆ ਚੰਗੀ ਹੰਡਾ ਲਈ ਕਿਉਂਕਿ ਜਿਹੜਾ ਪੁੱਤ ਪੋਤਿਆਂ ਵਾਲਾ ਹੋ ਗਿਆ ਦੋਤੇ ਦੋਤੀਆਂ ਵਾਲਾ ਹੋ ਗਿਆ ਸਮਝ ਲਓ ਨੇ ਆਪਣੀ ਉਮਰ ਹੰਡਾ ਲਈ ਹੈ ਇਹਨੇ ਆਪਣੀ ਉਮਰ ਜਿਹੜੀ ਆ ਕਹਿੰਦੇ ਇਸ ਘਰ ਵਿੱਚ ਵੀ ਸੋਹਣੀ ਹੰਡਾਉਣੀ ਕੀਤੀ ਜਨਮ ਚੰਡਾਲ ਭਾਈ ਕਰ ਭੋਗਾ ਕਹਿੰਦੇ ਨੇ ਇਹਨੇ ਚੰਗਾ ਜੀਵਨ ਭੋਗਿਆ ਚੰਡਾਲ ਦੇ ਘਰ ਵਿੱਚ ਜਨਮ ਲੈ ਕੇ ਭਇਓ ਮ੍ਰਿਤਕ ਤਹ ਦੇਵਦ ਹੁਣ ਸੋਗਾ ਦੂਜਾ ਜਨਮ ਜਿਹੜਾ ਲਿਆ ਸੀ ਉਹ ਸਾਰਾ ਸੀਨ ਇਹਨੇ ਜਨਮ ਤੋਂ ਮੌਤ ਤੱਕ ਦਾ ਵੇਖਿਆ ਇੱਥੇ ਵੀ ਕਹਿੰਦੇ ਇਹਦੀ ਮੌਤ ਜਿਹੜੀ ਆ ਉਹ ਹੋ ਗਈ ਹੈ ਰੁਦਤ ਸੁਨਤ ਬਿਰਲਬਤ ਦਾਰਾ ਹੁਣ ਜਦੋਂ ਇਹਦੀ ਮੌਤ ਹੋਈ ਦਾਰਾ ਕਹਿੰਦੇ ਇਸਤਰੀ ਘਰ ਵਾਲੀ ਹੁਣ ਇਹਦੀ ਜਿਹੜੀ ਘਰ ਵਾਲੀ ਸੀ ਰੁੱਦਤ ਉਹ ਵਿਰਲਾਪ ਕਰ ਰਹੀ ਹੈ ਉੱਚੀ ਉੱਚੀ ਰੋ ਰਹੀ ਹੈ ਕਿ ਮੇਰੇ ਸਿਰ ਦੇ ਸਾਈਆਂ ਮੈਨੂੰ ਕਿਉਂ ਛੱਡ ਗਿਆ ਹੈ ਹੇ ਪਤ ਦੋਰ ਅਧਿਕ ਪਰਿਵਾਰਾ ਐਡਾ ਵੱਡਾ ਪਰਿਵਾਰ ਤੇ ਤੁਸੀਂ ਤੁਹਾਡੇ ਆਸਰੇ ਪਰਿਵਾਰ ਸਾਰੇ ਦਾ ਸਾਰਾ ਚੱਲਦਾ ਸੀ ਤੇ ਤੁਸੀਂ ਮੈਨੂੰ ਛੱਡ ਗਏ ਹੋ ਗਨ ਸ਼ੂਕਰ ਤੈ ਪਾਰਣ ਕੀਨੇ ਇਹ ਸਾਰੇ ਬੱਚੇ ਜਿਹੜੇ ਨੇ ਇਹ ਤੁਸੀਂ ਆਪਣੇ ਆਸਰੇ ਪਾਲੇ ਹਨ ਕੁਕਰ ਖਰੇ ਅਹੈ ਤਨ ਪੀਨੇ ਹੁਣ ਇਹ ਜਿਹੜੇ ਨੇ ਤੁਹਾਡੇ ਚਲੇ ਜਾਣ ਤੋਂ ਬਾਅਦ ਫਿਰ ਮੇਰੇ ਕੋਲ ਆਉਣਗੇ ਮੇਰੇ ਕੋਲ ਮੰਗਣਗੇ ਹੁਣ ਤੇ ਤੁਹਾਡੇ ਕੋਲੋਂ ਮੰਗਦੇ ਸੀ ਮਿਲ ਜਾਂਦਾ ਸੀ ਹੁਣ ਇਹ ਸਾਰੇ ਮੇਰੇ ਕੋਲ ਆ ਕੇ ਰੋਵਣਗੇ ਮੰਗਣਗੇ ਸਭ ਪ੍ਰਤੀਖਣਾ ਤੇਰੀ ਤਰ੍ਹਾਂ ਸਾਰੇ ਤੁਹਾਡਾ ਇੰਤਜ਼ਾਰ ਕਰਦੇ ਸੀ ਜੇ ਸਵੇਰੇ ਚਲੇ ਜਾਣਾ ਨਾ ਤੇ ਸ਼ਾਮ ਤੱਕ ਸਾਰੇ ਉਡੀਕਦੇ ਸੀ ਵੀ ਸਾਡੇ ਘਰ ਸਾਡਾ ਜਿਹੜਾ ਵਡੇਰਾ ਆਏਗਾ ਬਾਪੂ ਆਏਗਾ ਬਜ਼ੁਰਗ ਆਏਗਾ ਸਾਨੂੰ ਕੁਝ ਨਾ ਕੁਝ ਸਾਰਿਆਂ ਨੂੰ ਦੇਗਾ ਪਰ ਹੁਣ ਤੁਸੀਂ ਤੁਰ ਗਏ ਤੇ ਕਿਹਦਾ ਇੰਤਜ਼ਾਰ ਕਰਨਾ ਹੈ ਕਿਤ ਚੱਲ ਗਇਓ ਦ੍ਰਿਸ਼ਟ ਨਹਿ ਪਰੈ ਕਿੱਥੇ ਤੁਰ ਗਏ ਉਹ ਰੁਦਨ ਕਰ ਰਹੀ ਹੈ ਇਸਤਰੀ ਇਹ ਸੀਨ ਚੱਲ ਰਿਹਾ ਸੁਪਨੇ 'ਚ ਇਹਦੀ ਡੈੱਡ ਬੋਡੀ ਪਈ ਹੋਈ ਆ ਔਰ ਉਹ ਰੋ ਕੇ ਕਹਿ ਰਹੀ ਆ ਕਿੱਥੇ ਚਲਾ ਗਿਆ ਮੇਰੇ ਸਿਰ ਦੇ ਸਾਈਆਂ ਤੂੰ ਮੇਰੇ ਨਾਲ ਬੋਲਦਾ ਨਹੀਂ ਤੂੰ ਮੇਰੀ ਗੱਲ ਨਹੀਂ ਸੁਣਦਾ ਤੂੰ ਉੱਠਦਾ ਨਹੀਂ ਤੂੰ ਬਹਿੰਦਾ ਨਹੀਂ ਇਸ ਤਰ੍ਹਾਂ ਦਾ ਕੁਝ ਮਾਹੌਲ ਬਣਿਆ ਹੈ ਟੇਮ ਕੁਟੰਬ ਰੋਦਤ ਦੁਖ ਛਾਡੂ ਕਹਿਣ ਲੱਗੇ ਤੂੰ ਇਸ ਕੁਟੰਬ ਪਰਿਵਾਰ ਨੂੰ ਰੋਂਦਿਆਂ ਹੋਇਆਂ ਛੱਡ ਕੇ ਚਲਾ ਗਿਆ ਹੈ ਲੇਕਰ ਵਹਿ ਗਏ ਤਲ ਕੱਢੋ ਫਿਰ ਕੀ ਹੋਣਾ ਸੀ ਮਨ ਨੂੰ ਤੇ ਸਮਝਾਉਣਾ ਪੈਂਦਾ ਨਾ ਜਿੰਨਾ ਮਰਜ਼ੀ ਰੋ ਲਈਏ ਅਖੀਰ ਨੂੰ ਫਿਰ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਉਹਨੂੰ ਲੈ ਜਾਣਾ ਹੀ ਪੈਂਦਾ ਮਨ ਨੂੰ ਸਮਝਾਉਣਾ ਹੀ ਪੈਂਦਾ ਵੀ ਨਹੀਂ ਕਿੰਨਾ ਕੁ ਅਸੀਂ ਰੋ ਲਵਾਂਗੇ ਇਹ ਸੱਚ ਹੈ ਕਿ ਹੁਣ ਨਹੀਂ ਰਿਹਾ ਦੁਨੀਆ 'ਚ ਇਹਨੂੰ ਹੁਣ ਲੈ ਕੇ ਜਾਣਾ ਹੀ ਪੈਣਾ ਕਰੋ ਫਿਰ ਮਨ ਨੂੰ ਸਮਝਾਉਣਾ ਪੈਂਦਾ ਕਹਿੰਦੇ ਨੇ ਹੁਣ ਐਸੀ ਹਾਲਤ ਹੋ ਗਈ ਕਿ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਹੁਣ ਪਰਿਵਾਰ ਨੇ ਇਹਨੂੰ ਲਿਜਾ ਕੇ ਦੂਰ ਖੁੱਲੀ ਥਾਂ ਤੇ ਗਾਡੋ ਮੈਨੇ ਜ਼ਮੀਨ ਜਿਹੜੀ ਸੀ ਉਹ ਪਟਾਈ ਕਰਕੇ ਉਹਦੇ ਵਿੱਚ ਇਹਨੂੰ ਗੱਡ ਦਿੱਤਾ ਪਾਪ ਮਿੱਟੀ ਵਿੱਚ ਇਹਨੂੰ ਦੱਬ ਦਿੱਤਾ ਇਹੋ ਸਭ ਸੁਪਨੋ ਪਾਏ ਨਰਿੰਦ ਇਹ ਸਭ ਸੁਪਨੋ ਹੁਣ ਸਾਰਾ ਸੀਨ ਤੁਸੀਂ ਸੁਣਿਆ ਕਿ ਇਹ ਸਾਰੇ ਦਾ ਸਾਰਾ ਸੀਨ ਇਹਨੂੰ ਸੁਪਨੇ ਦੇ ਵਿੱਚ ਦਿਖਾਈ ਔਰ ਬਿਲਕੁਲ ਕਲੀਅਰ ਇਹ ਨਹੀਂ ਕਿ ਉਹ ਅੱਖਾਂ ਖੁੱਲਣਗੀਆਂ ਤੇ ਭੁੱਲ ਜਾਏਗਾ ਬਿਲਕੁਲ ਕਲੀਅਰ ਸਭ ਕੁਝ ਇਹਨੂੰ ਜਿਹੜਾ ਸੁਪਨੇ ਵਿੱਚ ਦਿਖਾਈ ਦਿੱਤਾ ਔਰ ਇਹਨੇ ਮਹਿਸੂਸ ਕੀਤਾ ਜਾਗ ਉਠਿਓ ਬਿਸਮਾਏ ਬਿਲੰਦ ਤੇ ਜਦੋਂ ਇਹ ਸਾਰਾ ਸੀਨ ਹੋ ਗਿਆ ਨਾ ਇਹ ਉਹਨੂੰ ਦੱਬ ਦਿੱਤਾ ਪਿੱਛੇ ਪਰਿਵਾਰ ਬੱਚੇ ਰੋਂਦੇ ਪਏ ਆ ਇੱਕਦਮ ਅੱਖ ਖੁੱਲੀ ਘਬਰਾ ਕੇ ਵੀ ਮੈਂ ਇਹ ਕੀ ਕੁਝ ਵੇਖ ਲਿਆ ਇੱਕਦਮ ਕਹਿੰਦੇ ਅੱਖ ਖੁੱਲੀ ਹੈ ਕਿਤਕ ਕਾੜ ਸੋਚਤ ਹੀ ਰਹਿਓ ਤੇ ਜਦੋਂ ਅੱਖ ਖੁੱਲੀ ਕਿੰਨੀ ਦੇਰ ਸੋਚਦਾ ਹੀ ਰਿਹਾ ਇਹ ਸਾਡੇ ਨਾਲ ਵੀ ਇਦਾਂ ਹੁੰਦਾ ਹੋਵੇਗਾ ਕਿ ਜਦੋਂ ਰਾਤ ਕਿਤੇ ਇਦਾਂ ਦਾ ਸੁਪਨਾ ਆਵੇ ਨਾ ਇੱਕਦਮ ਅੱਖ ਖੁੱਲੇ ਬੰਦਾ ਸੋਚੀ ਪੈ ਜਾਂਦਾ ਵੀ ਮੈਂ ਕੀ ਵੇਖ ਲਿਆ ਕਿ ਜੋ ਮੈਂ ਜਿਵੇਂ ਬਾਣੀ ਵਿੱਚ ਆਖਿਆ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਨਰਪਤ ਰਾਜਾ ਸੌਂ ਗਿਆ ਉਹਨੂੰ ਸੁਪਨੇ 'ਚ ਲੱਗਾ ਮੈਂ ਭਿਖਾਰੀ ਦੇ ਘਰ ਮੰਗਦਾ ਪਿਆ ਇੱਕਦਮ ਅੱਖ ਖੁੱਲੀ ਤੇ ਕੁਝ ਚਿਰ ਬਾਅਦ ਹੋਸ਼ ਆਈ ਫਿਰ ਆਖਿਆ ਨਹੀਂ ਮੈਂ ਤੇ ਰਾਜਾ ਹੀ ਹਾਂ ਆਪਣੇ ਮਹਿਲ 'ਚ ਹੀ ਸੁੱਤਾ ਹੋਇਆ ਹੁਣ ਇੱਥੇ ਕਹਿੰਦੇ ਕਿੰਨੀ ਦੇਰ ਅੱਖਾਂ ਖੁੱਲਣ ਤੋਂ ਬਾਅਦ ਸੋਚਦਾ ਹੀ ਰਿਹਾ ਵੀ ਮੇਰੇ ਨਾਲ ਅੱਜ ਕੀ ਭਾਣਾ ਵਰਤਿਆ ਹੈ ਇਹਦਰ ਸੁਪਨ ਕਹਾ ਮੈਂ ਲਹਿਓ ਕਹਿੰਦੇ ਇਹ ਸੁਪਨਾ ਮੈਂ ਕਿੱਥੋਂ ਲੈ ਲਿਆ ਅੱਜ ਤੱਕ ਮੈਨੂੰ ਕਦੇ ਸੁਪਨਾ ਨਹੀਂ ਆਇਆ ਹੈਰਾਨੀ ਤੇ ਇਸ ਗੱਲ ਦੀ ਹੈ ਵੀ ਅੱਜ ਤੋਂ ਪਹਿਲਾਂ ਕਦੇ ਸੁਪਨਾ ਆਇਆ ਹੀ ਨਹੀਂ ਤੇ ਗੁਰੂ ਅਰਜਨ ਦੇਵ ਜੀ ਨੇ 3 ਦਿਨ ਦਾ ਸਮਾਂ ਦਿੱਤਾ ਸੀ ਇਹਨੂੰ ਸਮਝਾਉਣ ਲਈ ਵੀ ਕਰਤੇ ਦਾ ਲਿਖਿਆ ਲੇਖ ਵੀ ਨਹੀਂ ਮਿਟਣਾ ਤੇ ਗੁਰੂ ਸਹਾਇਤਾ ਕਿਵੇਂ ਕਰਦਾ ਹੈ ਧਿਆਨ ਲਾ ਕੇ ਸਮਝਣਾ ਕਹਿੰਦੇ ਨੇ ਇਹ ਸੋਚੀ ਗਿਆ ਵੀ ਇਸ ਤਰ੍ਹਾਂ ਦਾ ਸੁਪਨਾ ਮੈਨੂੰ ਅੱਜ ਤੱਕ ਕਦੇ ਨਹੀਂ ਆਇਆ ਹੈ ਭਈ ਭਰਾਤ ਸਿੱਖ ਇੱਕ ਗਇਓ ਹੁਣ ਦਿਨ ਚੜ ਗਿਆ ਇਧਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਅੰਮ੍ਰਿਤ ਵੇਲਾ ਆਪਣਾ ਸੰਭਾਲਿਆ ਸਿੱਖ ਸੰਗਤ ਆਈ ਰੱਬਾ ਵੀ ਆਏ ਕੀਰਤਨ ਹੋਇਆ ਸਮਾਪਤੀ ਹੋ ਗਈ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਪਣਾ ਇੱਕ ਸਿੱਖ ਇਸ ਰਾਜੇ ਦੇ ਕੋਲ ਭੇਜਿਆ ਗੁਰੂ ਕੋ ਹੁਕਮ ਸੁਨਾਵਤ ਭਇਓ ਗੁਰੂ ਸਾਹਿਬ ਜੀ ਦਾ ਹੁਕਮ ਇਸ ਰਾਜੇ ਨੂੰ ਮੰਡੀ ਦੇ ਰਾਜੇ ਨੂੰ ਸੁਣਾਉਣਾ ਕੀਤਾ ਖੇਤ ਅਖੇਰ ਖੇਲਵੇ ਚਾਹਿਓ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਵੀ ਅਸੀਂ ਘੋੜੇ ਤੇ ਸਵਾਰ ਹੋ ਕੇ ਜੰਗਲ ਵਾਲੇ ਪਾਸੇ ਨੂੰ ਚੱਲੇ ਆ ਕੁਝ ਘੋੜ ਸਵਾਰੀ ਕਰਾਂਗੇ ਕੁਝ ਉੱਥੇ ਦੀ ਸੈਰ ਕਰਾਂਗੇ ਤੇ ਰਾਜੇ ਨੂੰ ਆਖਿਆ ਵੀ ਜੇ ਤੁਸੀਂ ਨਾਲ ਚੱਲਣਾ ਇਹ ਵੀ ਇੱਕ ਗੁਰੂ ਸਾਹਿਬ ਜੀ ਦੀ ਖੇਡ ਸੀ
ਉਹਦੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਵਾਸਤੇ। ਹੁਣ ਇਹ ਤੇ ਵੈਸੇ ਹੀ ਸੋਚੀ ਪਿਆ ਸੀ, ਸਿੱਖ ਨੇ ਆਖਿਆ ਵੀ ਮਹਾਰਾਜ ਨੇ ਕਿਹਾ ਸੀ ਤੇ ਚੱਲੇ ਆ, ਘੋੜ ਸਵਾਰੀ ਕਰਨੀ ਹੈ, ਕਿਤੇ ਜੰਗਲ ਦੀ ਸੈਰ ਕਰਾਂਗੇ, ਤੇ ਜੇ ਤੂੰ ਸਾਡੇ ਨਾਲ ਚੱਲਣਾ ਚਾਹੁੰਦਾ ਤੇ ਤਿਆਰ ਹੋ ਜਾ। ਚਲਹਿ ਸੰਗ ਗੁਰ ਐਸੇ ਕਹਿਓ। ਇਸ ਤਰ੍ਹਾਂ ਸਿੱਖ ਨੇ ਆਖਿਆ ਵੀ ਜੇ ਤੂੰ ਸਾਡੇ ਨਾਲ ਚੱਲਣਾ ਚਾਹੁੰਦਾ ਹੈ ਰਾਜਨ ਤੇ ਤਿਆਰ ਹੋ ਕੇ ਚੱਲਣਾ ਕਰ। ਸੁਣ ਕੇ ਕਰ ਇਸ਼ਨਾਨ ਨਿਰਪਤ ਬੈ। ਉਸੇ ਵੇਲੇ ਰਾਜਾ ਜਿਹੜਾ ਸੀ ਕਹਿਣ ਲੱਗੇ ਆਪਣੇ ਵੱਲੋਂ ਇਹਨੇ ਇਸ਼ਨਾਨ ਜਿਹੜਾ ਉਹ ਕੀਤਾ, ਤਿਆਰੀ ਕੀਤੀ ਚੱਲਣ ਦੀ। ਤੁਰੰਗ ਅਰੂਢਿਓ ਲੇ ਤਲ ਸਬੈ। ਤੁਰੰਗ ਕਹਿੰਦੇ ਘੋੜਾ, ਇਹਨੇ ਘੋੜਾ ਲਿਆ ਤੇ ਉਹਦੇ ਉੱਤੇ ਸਵਾਰ ਹੋਇਆ। ਚੜ ਕੇ ਪੁਰ ਅੰਦਰ ਕੋ ਆਏ। ਕਹਿੰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਵੀ ਇਧਰੋਂ ਘੋੜੇ ਤੇ ਸਵਾਰ ਹੋ ਗਏ, ਉਧਰੋਂ ਮੰਡੀ ਦਾ ਰਾਜਾ ਵੀ ਆਪਣੇ ਘੋੜੇ ਤੇ ਸਵਾਰ ਹੋਇਆ, ਔਰ ਇੱਕ ਸਤਿਗੁਰੂ ਮਹਾਰਾਜ ਜੀ ਜਿਹੜਾ ਉਹ ਚੱਲਦੇ ਹਨ। ਤਹਿ ਸਤਿਗੁਰ ਸੰਗ ਮਿਲਾਏ। ਔਰ ਅੱਗੇ ਜਾ ਕੇ ਦੋਵਾਂ ਦਾ ਮੇਲ ਮਿਲਾਪ ਹੋ ਜਾਂਦਾ, ਜਿਹੜੇ ਰਸਤੇ ਜਾਣਾ ਹੈ ਉਸ ਰਸਤੇ ਤੇ ਦੋਵਾਂ ਦਾ ਮਿਲਾਪ ਹੁੰਦਾ ਹੈ। ਚਿਤਵਤ ਚਿਤ ਦੁਰ ਸੁਪਨ ਵਿਸਾਲਾ। ਹੁਣੇ ਸੋਚੀ ਪਿਆ ਹੋਇਆ ਗੁਰੂ ਸਾਹਿਬ ਦੀ ਘੋੜੇ ਤੇ ਸਵਾਰ, ਮੰਡੀ ਦਾ ਰਾਜਾ ਵੀ ਘੋੜੇ ਤੇ ਸਵਾਰ, ਤੇ ਅੰਦਰ ਕੀ ਇਹਦੇ ਚੱਲ ਰਿਹਾ ਵੀ ਮੈਨੂੰ ਸੁਪਨਾ ਕਿਉਂ ਆਇਆ, ਤੇ ਸੁਪਨਾ ਆਇਆ ਵੀ ਤੇ ਇਸ ਤਰ੍ਹਾਂ ਦਾ ਕਿਉਂ ਆਇਆ। 2 ਵਾਰੀ ਮੇਰੀ ਮੌਤ ਹੋ ਗਈ ਉਹਦੇ ਵਿੱਚ, ਇੱਕ ਵਾਰ ਹੁਣ ਮੈਂ ਜਿਹੜਾ ਜੀਵਨ ਜੀ ਰਿਹਾ ਇਹ ਵੀ ਭੋਗ ਲਿਆ, ਅਗਲਾ ਵੀ ਮੈਂ ਭੋਗ ਲਿਆ ਹੈ। ਇਹ ਸੁਪਨਾ ਮੈਨੂੰ ਇਹ ਸੋਚਾਂ ਵਿੱਚ ਪਿਆ, ਘੋੜੇ ਤੇ ਸਵਾਰ ਹੋਇਆ ਅੱਗੇ ਨੂੰ ਵੱਧਦਾ ਹੈ। ਕਹਿ ਨਾ ਸਕੇ ਮੁਖ ਤੇ ਤਿਸ ਕਾਲਾ। ਕਹਿੰਦੇ ਨੇ ਆਪਣੇ ਮੁਖ ਤੋਂ ਕਹਿ ਨਹੀਂ ਰਿਹਾ, ਬੋਲ ਕੇ ਨਹੀਂ ਦੱਸ ਰਿਹਾ, ਪਰ ਅੰਦਰ ਹੀ ਅੰਦਰ ਹੈਰਾਨ ਹੈ ਵੀ ਮੇਰੇ ਨਾਲ ਬਣਿਆ ਕੀ ਹੈ। ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜਾਣਦੇ ਨੇ, ਸਤਿਗੁਰੂ ਜੀ ਆਪਣੀ ਮੌਜ ਵਿੱਚ ਇਹ ਚਿੰਤਾ ਵਿੱਚ ਡੁੱਬਿਆ ਹੋਇਆ ਅੱਗੇ ਵੱਧਦਾ ਹੈ। ਬਦਨ ਮਲੀਨ ਹੁਕਮ ਕੋ ਮਾਨਾ। ਸਤਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਤੁਰਤਾ ਪਿਆ, ਪਰ ਇਹਦਾ ਦਿਮਾਗ ਅੰਦਰੋਂ ਸੋਚਾਂ ਵਿੱਚ ਡੁੱਬਿਆ ਹੈ। ਲੈ ਸਤਿਗੁਰ ਕੋ ਸੰਗ ਬਿਆਨਾ। ਸਤਿਗੁਰੂ ਜੀ ਦੇ ਨਾਲ ਨਾਲ ਤੁਰਿਆ ਜਾਂਦਾ ਹੈ। ਖੇਲਣ ਕਰੋ ਅਖੀਰ ਕਨੇਰਾ। ਇਹਦੇ ਮਨ ਵਿੱਚ ਆਇਆ ਵੀ ਸ਼ਾਇਦ ਗੁਰੂ ਅਰਜਨ ਦੇ ਪਾਤਸ਼ਾਹ ਵੇਖਣਾ ਚਾਹੁੰਦੇ ਹੁਣ ਵੀ ਇਹਦੇ ਵਿੱਚ ਰਾਜੇ ਵਾਲੇ ਗੁਣ ਹੈ ਕਿ ਨਹੀਂ ਹੈ, ਇਹਨੂੰ ਘੋੜਸਵਾਰੀ ਕਰਨੀ ਆਉਂਦੀ ਹੈ ਕਿ ਨਹੀਂ ਆਉਂਦੀ, ਇਹਨੂੰ ਜਿਹੜਾ ਉਹ ਵਿਚਰਨਾ ਆਉਂਦਾ ਕਿ ਨਹੀਂ ਆਉਂਦਾ, ਜਿਵੇਂ ਸ਼ਿਕਾਰ ਰਾਜੇ ਮਹਾਰਾਜੇ ਖੇਡਦੇ ਆ, ਇਹਨੂੰ ਕੁਝ ਇਸ ਤਰ੍ਹਾਂ ਦਾ ਕੁਝ ਆਉਂਦਾ ਵੀ ਹੈ ਕਿ ਨਹੀਂ। ਹੁਣ ਇਹ ਆਪਣੀ ਇੱਥੇ ਸਿਆਣਪ ਦਿਖਾਉਣ ਲੱਗਾ। ਸਿਆਣਪ ਵੀ ਕੀ ਕਹੀਏ, ਗੁਰੂ ਸਾਹਿਬ ਨੇ ਫੁਰਨਾ ਹੀ ਅੰਦਰ ਇਸ ਤਰ੍ਹਾਂ ਦਾ ਬਣਾਤਾ। ਇਹ ਹੁਣ ਚਾਹੁੰਦਾ ਵੀ ਮੈਂ ਨਾ ਘੋੜੇ ਦੀ ਲਗਾਮ ਖਿੱਚਾਂ ਤੇ ਤੇਜ਼ੀ ਨਾਲ ਅੱਗੇ ਜਾਵਾਂ ਤੇ ਗੁਰੂ ਸਾਹਿਬ ਨੂੰ ਦਿਖਾਵਾਂ ਵੀ ਮੈਂ ਰਾਜਾ ਹੁੰਨਾ, ਮੈਂ ਘੋੜਸਵਾਰੀ ਵੀ ਕਰ ਲੈਣਾ, ਮੈਂ ਸ਼ਿਕਾਰ ਵੀ ਵਧੀਆ ਕਰ ਲੈਣਾ। ਆਪਣੇ ਵੱਲੋਂ ਇਹ ਚਲਾਕੀ ਕਰਨ ਲੱਗਾ ਹੈ। ਗੁਰੂ ਜੀ ਹਤੋ ਮ੍ਰਿਗਣ ਕਰ ਕੇਰਾ। ਕਹਿੰਦੇ ਮੈਂ ਸਤਿਗੁਰੂ ਮਹਾਰਾਜ ਤੋਂ ਪਹਿਲਾਂ ਅੱਗੇ ਤੇਜ਼ੀ ਨਾਲ ਲੰਘ ਕੇ ਤੇ ਸ਼ਿਕਾਰ ਜਿਹੜਾ ਹਿਰਨ ਮਿਰਗ ਦਾ ਮਤਲਬ ਹਿਰਨ ਦਾ ਕਰਕੇ ਤੇ ਦਿਖਾਵਾਂਗਾ। ਇਹਨੂੰ ਇਹ ਨਹੀਂ ਪਤਾ ਸੀ ਅੱਗੇ ਜਾ ਕੇ ਇਹਦੇ ਨਾਲ ਕੀ ਭਾਣਾ ਵਰਤਣਾ ਹੈ, ਇਸ ਲਈ ਇਹ ਆਪਣੀ ਸਿਆਣਪ ਚਤੁਰਾਈ ਚਲਾਕੀ ਕਹਿ ਲਓ ਇਸ ਨਾਲ ਅੱਗੇ ਵਧਣਾ ਚਾਹੁੰਦਾ ਹੈ। ਬਸ ਵਧਾਈ ਕਰ ਕਰੋ ਸੰਗਾਰ। ਇਸ ਤਰ੍ਹਾਂ ਅੱਗੇ ਵਧਣ ਦੀ ਸੋਚ ਲੈ ਕੇ ਹੁਣ ਰਾਜਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੋਂ ਅੱਗੇ ਦੂਰ ਤੱਕ ਲੰਘ ਜਾਏਗਾ। ਹੁਣ ਉਹ ਜਿੱਥੇ ਜਾ ਕੇ ਰੁਕੇਗਾ ਉੱਥੇ ਕੀ ਖੇਡ ਸੁਪਨੇ ਨਾਲ ਜੁੜੀ ਹੋਈ ਬਣਨੀ ਹੈ, ਕਿਵੇਂ ਇਹਦੇ ਮਨ ਦੇ ਵਿੱਚ ਜਿਹੜਾ ਸਵਾਲ ਹੈ ਜਾਂ ਇਹਦੇ ਸੁਪਨੇ ਦੀ ਕੀ ਖੇਡ ਉਹ ਗੁਰੂ ਅਰਜਨ ਦੇ ਪਾਤਸ਼ਾਹ ਕਿਵੇਂ ਸਮਝਾਉਂਦੇ ਆ, ਉਹ ਅਗਲੇ ਦੀਵਾਨਾਂ ਵਿੱਚ ਸਮਝਣ ਦਾ ਯਤਨ ਕਰਾਂਗੇ, ਕਿਉਂਕਿ ਅੱਜ ਦਾ ਸਮਾਂ ਸਮਾਪਤ ਹੈ। ਬਸ ਅੱਜ ਦੀ ਵਿਚਾਰ ਨੂੰ ਆਪਣੇ ਦਿਲ ਦਿਮਾਗ ਵਿੱਚ ਰੱਖਿਓ, ਫਿਰ ਕੱਲ ਤੋਂ ਇਸੇ ਤਰ੍ਹਾਂ ਇਸੇ ਕੜੀ ਨੂੰ ਜਦੋਂ ਜੋੜਾਂਗੇ ਫਿਰ ਪੂਰੀ ਗੱਲ ਸਾਡੇ ਸਾਹਮਣੇ ਕਲੀਅਰ ਹੋਏਗੀ, ਔਰ ਅਸੀਂ ਵੀ ਹੱਥ ਜੋੜ ਕੇ ਕਵਾਂਗੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਗੁਰੂ ਪਾਤਸ਼ਾਹ ਸਦਕੇ ਜਾਈਏ, ਸਾਨੂੰ ਵੀ ਨਗੁਰਿਆਂ ਨੂੰ ਕਿਤੇ ਗੁਰੂ ਵਾਲੇ ਬਣਾ ਲਓ, ਅਸੀਂ ਵੀ ਕਿਤੇ ਭੁੱਲੇ ਭਟਕੇ ਤੁਹਾਡੇ ਦਰ ਤੇ ਆਈਏ ਔਰ ਬਾਣੇ ਤੇ ਬਾਣੀ ਦੇ ਰੰਗ ਦੇ ਵਿੱਚ ਰੰਗ ਜਾਈਏ, ਜਿਹਦੇ ਨਾਲ ਸਾਡਾ ਜੀਵਨ ਇੱਕ ਕਿਤੇ ਲੇਖੇ 'ਚ ਲੱਗ ਜਾਏ। ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਸਤਿਗੁਰੂ ਜੀ ਮਿਹਰਮਤ ਕਰਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਜੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।